ਜਿੱਦਾਂ ਮਨੀਸ਼ਾ ਗੁਲਾਟੀ ਦਾ ਬਹੁਤ ਨਾਮ ਮਸ਼ਹੂਰ ਆ ਤੇ ਤੁਸੀਂ ਉਹਨਾਂ ਨਾਲ ਕੋਈ ਸੰਪਰਕ ਕੀਤਾ ਜੀ? ਤੁਸੀਂ ਜਿਹੜੀ ਹੁਣ ਮਨੀਸ਼ਾ ਗੁਲਾਟੀ ਜੀ ਦੀ ਗੱਲ ਕੀਤੀ, ਵਾਕਿਆ ਉਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਪਪੂਲਰ ਆ। ਉਹਨਾਂ ਦੀ ਬੜੀ ਬੱਲੇ ਬੱਲੇ ਹੋ ਰਹੀ, YouTube ਤੇ ਉਹ ਛਾਏ ਹੋਏ ਨੇ, ਨੋ ਡਾਊਟ। ਲੇਕਿਨ ਬੜੀ ਹੈਰਾਨੀ ਹੋਈ ਕਿ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਔਰਤਾਂ ਪਹਿਲਾਂ ਵੀ ਜ਼ੀਰੋ ਸੀ, ਅੱਜ ਵੀ ਜ਼ੀਰੋ ਹੈ ਤੇ ਇਹਨਾਂ ਨੇ ਜ਼ੀਰੋ ਹੀ ਰਹਿਣਾ। ਇਸ਼ਾਰਾ ਮੈਂ ਇੱਥੇ ਹੀ ਕਰ ਰਿਹਾ ਸੀ। ਹਾਂ, ਬਿਲਕੁਲ ਇਦਾਂ ਹੀ ਇਸ਼ਾਰਾ ਕੀਤਾ। ਕੀ ਇੱਕ ਜਿਹੜੀ 8 ਮਹੀਨੇ ਦੀ ਪ੍ਰੈਗਨੈਂਟ ਔਰਤ ਆ, ਉਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਨਾ ਉਹਦੇ ਸਹੁਰੇ ਦੇਖ ਰਹੇ ਨਾ ਮਾਪੇ ਦੇਖ ਰਹੇ, ਉਹਨੂੰ ਦੇਖਣ ਦਾ ਪ੍ਰਸ਼ਾਸਨ ਦਾ ਕੀ ਕੋਈ ਫਰਜ਼ ਨਹੀਂ ਹੈ? ਉਸ ਟਾਈਮ ਮੈਨੂੰ ਇਹ ਲੱਗਿਆ ਕਿ ਸ਼ਾਇਦ ਮੈਡਮ ਠੀਕ ਕਹਿ ਰਹੇ, ਸ਼ਾਇਦ ਅਸੀਂ ਹੀ ਕੋਈ ਐਫਰਟਸ ਨਹੀਂ ਕਰਦੇ। ਤੇ ਮੈਂ ਇਹ ਸੋਚਦੀ ਹਾਂ ਕਿ ਮਨੀਸ਼ਾ ਗੁਲਾਟੀ ਜੀ, ਮੈਂ ਤੁਹਾਡੇ ਕੋਲੇ 5 ਤਰੀਕ ਨੂੰ ਆਈ ਸੀ, ਅੱਜ ਤਰੀਕ ਦੇਖ ਲਓ ਕਿੰਨੀ ਆ, ਤੇ ਤੁਹਾਡਾ ਨਾ ਕੋਈ ਫੋਨ ਆਇਆ, ਅਸੀਂ ਵੱਜ ਕੇ ਰਹਿ ਗਏ, ਅਸੀਂ ਕਿਤੇ ਨਹੀਂ ਗਏ ਕਿ ਕਦੋਂ, ਪਤਾ ਨਹੀਂ ਸਾਨੂੰ ਕਦੋਂ ਫੋਨ ਆ ਜੇ ਤਾਂ ਸਾਨੂੰ ਜਾਣਾ ਪੈ ਜੇ। ਸਮਾਜ ਦੇ ਉੱਤੇ ਵੀ ਇੱਕ ਅਜਿਹਾ ਸਵਾਲ ਉੱਠਦਾ ਕਿ ਜਦੋਂ ਪਰਿਵਾਰ ਹੈਗੇ ਆ ਆਪਣੇ ਹਿਸਾਬ ਦੇ ਨਾਲ ਕੁੜੀ ਦੀ ਮੈਰਿਜ ਕਰ ਦਿੰਦੇ ਆ, ਸਮੱਸਿਆਵਾਂ ਉਸ ਟਾਈਮ ਵੀ ਨਹੀਂ ਖਤਮ ਹੁੰਦੀਆਂ, ਸਮੱਸਿਆ ਉਦੋਂ ਵੀ ਆਉਣੀਆਂ। ਜੇ ਕੁੜੀ ਨੇ ਆਪਣੇ ਹਿਸਾਬ ਨਾਲ ਕਰਾ ਲਈ ਤਾਂ ਉਹ ਇਹ ਸਮਾਜ ਫਿਰ ਇਸ ਤਰ੍ਹਾਂ ਕਿਉਂ ਕਰਦਾ ਹੈ? ਇਹਦਾ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮਾਪਿਆਂ ਨੂੰ ਦੱਸਣਾ ਚਾਹੀਦਾ ਵੀ ਅਸੀਂ ਤੁਹਾਨੂੰ ਮਨਾ ਕਿਉਂ ਕਰਦੇ ਹਾਂ, ਪਰ ਬੇਟਾ ਤੁਸੀਂ ਸਮਝੋ ਕਿ ਤੁਸੀਂ ਹਲੇ ਮੈਚੁਰ ਨਹੀਂ ਹੋਏ। ਕੀ ਭਾਰਤ ਦੀ ਧਰਤੀ ਖਰਾਬ ਹੈ, ਕੀ ਹਵਾ ਖਰਾਬ ਹੈ, ਕੀ ਦੀਵਾਰਾਂ ਖਰਾਬ ਹੈ? ਨਹੀਂ, ਲੋਕ ਖਰਾਬ ਹੈ। ਕਿਹੜੇ ਲੋਕ ਖਰਾਬ ਹੈ? ਜਿਨਨੇ ਜੋ ਸਿਸਟਮ ਬਣਾਉਂਦੇ ਨੇ। ਹਾਂਜੀ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਅਮਨਦੀਪ ਸਿੰਘ ਗੜੀ। ਸੋ ਅੱਜ ਗੱਲ ਕਰਾਂਗੇ ਸਮਾਜ ਦੀਆਂ ਕੁਰੀਤੀਆਂ ਬਾਰੇ। ਸਮਾਜ ਦੇ ਵਿੱਚ ਕੁਰੀਤੀਆਂ ਜਿਹੜੀਆਂ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ। ਕੁਝ ਕੁਰੀਤੀਆਂ ਅਜਿਹੀਆਂ ਜਿਨ੍ਹਾਂ ਦੇ ਨਾਲ ਜਿਹੜੀ ਇਨਸਾਨੀਅਤ ਆ ਬਿਲਕੁਲ ਸ਼ਰਮਸ਼ਾਰ ਹੋ ਜਾਂਦੀ ਆ, ਜਿਹਦੇ ਵਿੱਚ ਇਨਸਾਨੀਅਤ ਨਾਮ ਦੀ ਜਿਹੜੀ ਹੈ ਕੋਈ ਚੀਜ਼ ਨਹੀਂ ਰਹਿੰਦੀ। ਸੋ ਅਜਿਹਾ ਮਸਲਾ ਕੁਝ ਦਿਨ ਪਹਿਲਾਂ ਜਿਹੜਾ ਸਾਡੇ ਸਾਹਮਣੇ ਜਿਹੜਾ ਆਇਆ ਹੋਇਆ ਆ। ਮਸਲੇ ਵਿੱਚ ਕੀ ਹੈ ਕਿ ਇੱਕ ਜਿਹੜੀ ਲੇਡੀਜ਼ ਆ ਉਹ ਪਿਛਲੇ ਜਿਹੜੇ ਆ 7-8 ਮਹੀਨੇ ਤੋਂ ਪ੍ਰੈਗਨੈਂਟ ਆ, ਤੇ ਨਾ ਤਾਂ ਉਹਦੇ ਪਰਿਵਾਰ ਵਾਲੇ ਜਿਹੜੇ ਉਹਦੇ ਪੇਰੈਂਟਸ ਆ, ਮਾਇਕਾ ਪਰਿਵਾਰ, ਨਾ ਉਹ ਸਾਂਭ ਰਿਹਾ ਨਾ ਸਹੁਰਾ ਪਰਿਵਾਰ ਸਾਂਭ ਰਿਹਾ, ਤੇ ਜਿਹੜੇ ਉਹਨਾਂ ਦੇ ਹਸਬੈਂਡ ਆ ਉਹ ਵੀ ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰ ਰਹੇ ਹੈਗੇ ਆ। ਸੋ ਸਾਡੇ ਨਾਲ ਅੱਜ ਜਿਹੜੇ ਆ ਹੈਲਥ ਡਿਪਾਰਟਮੈਂਟ ਦੇ ਰਿਟਾਇਰਡ ਮੈਮ ਜੁੜੇ ਹੋਏ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਸਾਰੇ ਮਸਲੇ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਮਸਲਾ ਹੋਇਆ ਜੀ ਕਿ ਇੱਕ ਜਿਹੜੀ ਲੇਡੀਜ਼ ਨੂੰ ਆ ਅੱਜ ਕੱਲ੍ਹ ਦੇ ਸਮੇਂ ਵਿੱਚ, ਜਿਹਦੇ ਵਿੱਚ ਦੇਸ਼ ਸਾਡਾ ਆਜ਼ਾਦ ਆ, ਤੇ ਉਹਨੂੰ ਇਸ ਤਰ੍ਹਾਂ ਸੜਕਾਂ ਉੱਤੇ ਰੋਲਣਾ ਪੈ ਰਿਹਾ ਜੀ? ਜਦੋਂ ਆਜ਼ਾਦੀ ਦੀ ਗੱਲ ਸੁਣਦੇ ਤਾਂ ਹਾਸਾ ਆਉਂਦਾ ਜੀ ਸਾਨੂੰ। ਆਜ਼ਾਦ ਅਸੀਂ ਕਾਹਦੇ ਹਾਂ ਜੀ? ਅਸੀਂ ਜਿੰਨਾ ਕਿ ਅੱਗੋਂ ਜ਼ਮਾਨਾ ਇੰਨਾ ਮਾਡਰਨ ਹੋ ਰਿਹਾ, ਬਟ ਅਸੀਂ ਜੇ ਇਨਸਾਨੀ ਕਦਰਾਂ ਕੀਮਤਾਂ ਦੇਖੀਏ ਤਾਂ ਘਟ ਰਹੀਆਂ। ਤੇ ਸਾਂਭ ਸੰਭਾਲ ਕਿੱਥੇ ਆ? ਬੜੀਆਂ ਸੰਸਥਾਵਾਂ ਬਣੀਆਂ, ਬੜੇ ਦਾਇਰੇ ਬਣੇ ਨੇ, ਬੜੇ ਉਹਦੇ ਜਿੰਨੇ ਵੀ ਉਹ ਇਨਸਾਨਾਂ ਵਾਸਤੇ ਹੀ ਆ ਨਾ। ਅਲੱਗ-ਅਲੱਗ ਡਿਪਾਰਟਮੈਂਟ ਨੇ, ਅਲੱਗ-ਅਲੱਗ, ਉਹ ਸਾਰੀ ਕੀ ਆ, ਦੁਨੀਆਦਾਰੀ ਵਾਸਤੇ ਹੀ ਆ। ਬਟ ਹੋ ਕੀ ਰਿਹਾ, ਕਿਸੇ ਨੂੰ ਕੁਝ ਮਿਲ ਤਾਂ ਰਿਹਾ ਨਹੀਂ। ਹੁਣ ਜਿਹੜਾ ਇਹ ਮੈਟਰ ਕੋਈ ਪਹਿਲਾਂ ਨਹੀਂ ਆ, ਅਸੀਂ ਇੰਨੇ ਮੈਚੁਰ ਹੋ ਚੁੱਕੇ ਹਾਂ, ਅਸੀਂ ਬਹੁਤ ਕੁਝ ਦੇਖਦੇ ਹਾਂ, ਮਨ ਚਾਹੁੰਦਾ ਵੀ ਹੈ ਕਿ ਵੀ ਅਸੀਂ ਕੁਝ ਕਰੀਏ। ਜਿਹੜਾ ਇਹ ਵੀਰਪਾਲ ਦਾ ਮਸਲਾ ਮੇਰੇ ਕੋਲੇ ਆਇਆ, ਇਹ 2 ਅਕਤੂਬਰ ਨੂੰ ਮੈਨੂੰ ਲੇਟ ਇਵਨਿੰਗ ਮੈਸੇਜ ਆਉਂਦਾ ਹੈ, ਫੋਨ ਆਉਂਦਾ ਹੈ ਕਿ ਵੀ ਮੈਡਮ ਇਸ ਤਰ੍ਹਾਂ ਇੱਕ ਲੇਡੀ ਹੈਗੀ ਆ, ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਔਰ ਮੈਂ ਤੁਹਾਨੂੰ ਵੀ ਭੇਜੀ, ਤੁਸੀਂ ਸ਼ਾਇਦ ਨਹੀਂ ਦੇਖੀ, ਜੇ ਦੇਖੀ ਹੈ ਤਾਂ ਤੁਸੀਂ ਉਹਨੂੰ ਦੇਖ ਲਓ। ਤੇ ਉਹ 8 ਮਹੀਨੇ ਦੀ ਉਹਦੀ ਪ੍ਰੈਗਨੈਂਸੀ ਆ ਤੇ ਉਹ ਗਲੀਆਂ 'ਚ ਫਿਰ ਰਹੀ ਹੈ। ਤੇ ਜਦੋਂ ਮੈਂ ਉਹ ਵੀਡੀਓ ਦੇਖਦੀ ਹਾਂ ਤਾਂ ਉਹਦੇ 'ਚ ਇੱਕ ਗੁਰਪ੍ਰੀਤ ਕੌਟਿਲ ਹੈਗੇ ਨੇ, ਜਿਹੜੀ ਕਿ ਉਹਦੇ ਨਾਲ ਸੰਪਰਕ ਵਿੱਚ ਹੈਗੇ ਨੇ, ਤੇ ਉਹ ਉਹਨੂੰ ਪੁੱਛ ਰਿਹਾ, ਤੇ ਉਹ ਕੁੜੀ ਦੱਸ ਰਹੀ ਹੈ ਕਿ ਵੀ ਮੇਰਾ ਹਸਬੈਂਡ ਜਿਹੜਾ ਕਿ ਮੈਨੂੰ ਛੱਡ ਕੇ ਚਲਾ ਗਿਆ, ਉਹਨੂੰ ਲਾਪਤਾ ਕੀਤਾ ਗਿਆ, ਉਹ ਲਾਪਤਾ ਹੋਇਆ ਨਹੀਂ ਹੈਗਾ। ਉਹਦੇ ਨਾਲ ਕਹਿੰਦੀ ਮੇਰੇ ਨਾਲ ਬੜਾ ਅੱਛਾ ਬੰਦਾ ਸੀ, ਮੇਰੇ ਇਨਲੌਜ ਵੀ ਮੇਰੇ ਨਾਲ ਵਧੀਆ ਬੋਲਦੇ ਚੱਲਦੇ ਸੀ, ਕੋਈ ਐਸੀ ਗੱਲ ਨਹੀਂ, ਪਰ ਆਲ ਆਫ ਸਡਨ ਵੀ ਉਹ ਮੇਰੇ ਕੋਲੋਂ ਗਿਆ ਤੇ ਫਿਰ ਉਹ ਨਹੀਂ ਆਇਆ। ਤੇ ਮੈਂ ਉਹ ਕਹਿੰਦੀ ਮੈਂ ਆਪਣੇ ਸਹੁਰਾ ਸਾਹਿਬ ਤੋਂ ਵੀ ਪੁੱਛਦੀ ਰਹੀ ਹਾਂ ਕਿ ਵੀ ਹੈਪੀ ਕਿੱਥੇ ਆ, ਉਹਦੇ ਹਸਬੈਂਡ ਦਾ ਨਾਮ ਹੈਪੀ ਕੁਮਾਰ ਹੈ, ਤੇ ਉਹ ਕਹਿੰਦਾ ਕਿ ਕੋਈ ਨਹੀਂ ਆ ਜਾਊਗਾ। ਇੱਦਾਂ ਟਾਲ ਮਟੋਲ ਦੇ ਵਿੱਚ ਉਹਨੂੰ 1 ਹਫ਼ਤਾ ਹੋ ਗਿਆ, ਫਿਰ ਉਹਨੂੰ ਲੱਗਿਆ ਵੀ ਕੁਛ ਗੜਬੜ ਹੈ, ਤੇ ਉਹ ਫਿਰ ਚਲੀ ਗਈ ਹੈਗੇ ਥਾਣੇ 'ਚ, ਤੇ ਥਾਣੇ 'ਚ ਉਹਨੇ ਰਿਪੋਰਟ ਲਿਖਾਈ ਆ। ਤੇ ਉਹ ਦੱਸਦੀ ਹੈ, ਉਹਦੇ ਵਿੱਚ ਵੀਡੀਓ ਵਿੱਚ ਦੱਸ ਰਹੀ ਹੈ ਕਿ ਜਦੋਂ ਉਹਨੂੰ ਪੱਤਰਕਾਰ ਪੁੱਛਦਾ ਕਿ ਤੇਰੀ ਕਿਸੇ ਨੇ ਹੈਲਪ ਨਹੀਂ ਕੀਤੀ, ਉਹ ਕਹਿੰਦੀ ਮੈਨੂੰ ਸਾਰਿਆਂ ਨੇ ਜਵਾਬ ਦਿੱਤਾ। ਪੁਲਿਸ ਨੇ ਕਿਹਾ ਕਿ ਹਫ਼ਤੇ ਤੋਂ ਬਾਅਦ ਜਦੋਂ ਜਾਂਦੀ ਤੇ ਸਹੁਰੇ ਨੂੰ ਪਤਾ ਲੱਗਦਾ ਹੈ ਕਿ ਵੀ ਇਹਨੇ ਰਿਪੋਰਟ ਲਿਖਾ ਦਿੱਤੀ ਹੈ, ਤੇ ਜੋ ਸਹੁਰਾ ਸਾਹਿਬ ਹੈ ਉਹਨੇ ਆਪਣੇ ਮੁੰਡੇ ਨੂੰ ਜਿਹੜਾ ਬੇਦਖਲ ਕਰ ਦਿੱਤਾ। ਕੀ ਇਹ ਵਾਜਿਬ ਹੈ ਕਿ ਆਪਣੇ ਬੱਚੇ ਨੂੰ ਲੱਭਣ ਦੀ ਬਜਾਏ ਉਹਨੂੰ ਬੇਦਖਲ ਕਰੇ? ਕੀ ਇੱਥੋਂ ਨਹੀਂ ਲੱਗਦਾ ਕਿ ਉਹਨੂੰ ਗਾਇਬ ਕੀਤਾ ਗਿਆ? ਕਿਉਂਕਿ ਸਭ ਤੋਂ
ਜੋ ਕਹਿ ਰਹੇ ਨੇ ਕਿ ਵੀ ਬੱਚਾ ਗੁੰਮ ਹੈ ਤੇ ਫਿਰ ਗੁੰਮਸ਼ੁਦਗੀ ਦੀ ਤਲਾਸ਼ ਹੋਣੀ ਚਾਹੀਦੀ ਹੈ, ਰਿਪੋਰਟ ਲਿਖਾਈ ਜਾਣੀ ਚਾਹੀਦੀ। ਫਾਦਰ ਨੇ ਰਿਪੋਰਟ ਕਿਉਂ ਨਹੀਂ ਲਿਖਾਈ? ਉਹਨੂੰ ਬੇਦਖਲ ਕਰ ਰਿਹਾ ਤਾਂ ਕਿਉਂ ਕਰ ਰਿਹਾ? ਬੇਦਖਲ ਉਦੋਂ ਹੀ ਕਰ ਦਿੰਦੇ ਜਦੋਂ ਉਹਨੇ ਵਿਆਹ ਕਰਾਇਆ ਸੀ, ਉਹਦੀ ਮਰਜ਼ੀ ਦੇ ਖਿਲਾਫ ਵਿਆਹ ਕਰਾਇਆ ਸੀ, ਸਾਲ ਡੇਢ ਸਾਲ ਉਹ ਰਹੀ ਉਹਦੇ ਨਾਲ, ਉਦੋਂ ਹੀ ਬੇਦਖਲ ਕਰ ਦਿੰਦੇ। ਉਹ ਕੁੜੀ ਦੇ ਨਾਲ ਇਨ ਟੱਚ ਸੀਗੀ, ਉਹ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ ਕਿਉਂਕਿ ਸਹੁਰੇ ਨੇ ਇਹ ਕਿਹਾ ਸੀਗਾ ਕਿ ਆਪਣਾ ਮਕਾਨ ਛੋਟਾ ਹੈਗਾ, ਪਰਿਵਾਰ ਵੱਡਾ ਹੈਗਾ ਤੇ ਆਪਾਂ ਇਕੱਠੇ ਨਹੀਂ ਰਹਿ ਸਕਦੇ, ਤੁਸੀਂ ਕਿਰਾਏ ਦੇ ਮਕਾਨ ਤੇ ਚਲੇ ਜਾਓ, ਆਪਾਂ ਮਕਾਨ ਬਣਾਵਾਂਗੇ ਤੇ ਫਿਰ ਆਪਾਂ ਇਕੱਠੇ ਹੋ ਜਾਾਂਗੇ। ਉਹ ਕਹਿੰਦੀ ਮੇਰੇ ਨਾਲ ਨਾਰਮਲੀ ਆ ਰਹੇ ਸੀਗੇ, ਜਾ ਰਹੇ ਸੀਗੇ। ਹੁਣ ਜਦੋਂ ਹੁਣ ਮੈਂ ਉੱਥੇ ਗੁਰਪ੍ਰੀਤ ਪਾਟਿਲ ਜੋ ਵੀ ਹੈ ਉਹਨੂੰ ਕੋਟਲੀ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬੇਟਾ ਤੇਰਾ ਸਿਰਫ ਇੰਨਾ ਹੀ ਫਰਜ਼ ਬਣਦਾ ਸੀਗਾ ਕਿ ਤੂੰ ਉਹਨੂੰ ਪੁੱਛ ਕੇ ਤੇ ਛੱਡ ਦਿੱਤਾ, ਫਿਰ ਤੂੰ ਗਲੀਆਂ ਚ ਰੋਣ ਕੇ ਤੇਰੀ ਕੋਈ ਰਿਸਪੌਂਸਿਬਿਲਟੀ ਨਹੀਂ ਸੀ, ਤੂੰ ਤਾਂ ਉੱਥੇ ਸੀਗਾ, ਮੁਕਤਸਰ ਸੀਗਾ, ਤੂੰ ਉਹਦੇ ਨਾਲ ਰਾਬਤਾ ਕਰਦਾ, ਉਹਦੇ ਸਹੁਰਿਆਂ ਨਾਲ ਰਾਬਤਾ ਕਰਦਾ, ਉਹਦੇ ਪੈਰੈਂਟਸ ਨਾਲ ਰਾਬਤਾ ਕਰਦਾ, ਤੂੰ ਆਪਣਾ ਇੱਕ ਸੋਸ਼ਲ ਮੀਡੀਆ ਤੇ ਪਾ ਕੇ ਤੇ ਤੇਰੀ ਡਿਊਟੀ ਇੱਥੇ ਖਤਮ ਹੋ ਗਈ। ਜਦੋਂ ਇਹ ਮੈਨੂੰ ਫਿਰ ਇਹਨਾਂ ਨੇ ਪਰਮਿੰਦਰਜੀਤ ਜੋ ਕਿ ਮੈਨੂੰ ਜਾਣਦਾ, ਮੈਂ ਜਿਹਦੇ ਬਾਰੇ ਦੱਸ ਚੁੱਕੀ ਹਾਂ, ਤੇ ਉਹਨੇ ਮੈਨੂੰ ਕਿਹਾ ਮੈਡਮ ਕੀ, ਕਿਉਂਕਿ ਮੇਰੇ ਦਿਮਾਗ 'ਚ ਉਦੋਂ ਸਿਰਫ ਇੱਕੋ ਹੀ ਗੱਲ ਲੱਗੀ ਕਿ ਉਹ ਪ੍ਰੈਗਨੈਂਟ ਆ, ਉਹਨੂੰ 8 ਮਹੀਨੇ ਦੀ ਪ੍ਰੈਗਨੈਂਸੀ ਆ ਤੇ ਉਹ ਗਲੀਆਂ 'ਚ ਰੋਲ ਰਹੀ ਆ। ਅੱਜ ਸਾਡੇ ਸਮਾਜ 'ਚ YouTube ਭਰਿਆ ਪਿਆ ਹੈਗਾ ਮਿਸ ਹੈਪਨਿੰਗ, ਅਸੀਂ ਕਿਸੇ ਮਿਸ ਹੈਪਨਿੰਗ ਦੀ ਵੇਟ ਨਹੀਂ ਸੀ ਕਰਨਾ ਚਾਹੁੰਦੇ। ਮੇਰੇ ਕੋਲ ਮੈਂ ਜਿੰਨੀ ਜੋਗੀ ਸੀਗੀ ਮੈਂ ਉਹਨੂੰ ਕਿਹਾ ਵੀ ਠੀਕ ਆ, ਹਾਂ ਅਸੀਂ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਉਹਨੂੰ ਇੱਕ ਸੇਫ ਜਗ੍ਹਾ ਰੱਖਣਾ ਚਾਹੁੰਦੇ ਹਾਂ, ਦੇਣਾ ਚਾਹੁੰਦੇ ਹਾਂ। ਚਲੋ ਤੁਸੀਂ ਲੈ ਆਓ, ਮੈਂ ਹੈਲਥ ਦੇ ਨਾਲ ਹੈਗੀ ਹਾਂ, ਚਲੋ ਕੋਈ ਨਹੀਂ, ਮੇਰੇ ਹੋਰ ਵੀ ਸੰਗੀ ਸਾਥੀ ਹੈਗੇ ਨੇ ਜਿਨ੍ਹਾਂ ਤੋਂ ਮੈਂ ਹੈਲਪ ਲੈ ਸਕਦੀ ਹਾਂ, ਵੀ ਉਹਨੂੰ ਇੱਕ ਵਾਰੀ ਪ੍ਰੋਟੈਕਟ ਕਰੋ। ਇਹ ਨਾ ਹੋਵੇ ਅੱਜ ਦੀ ਰਾਤ ਹੀ ਉਹਦੇ ਨਾਲ ਕੋਈ ਕੁਛ ਕਰ ਜਾਏ, ਕਿਉਂਕਿ ਉਹ ਪੱਤਰਕਾਰ ਤਾਂ ਉਹਨੂੰ ਛੱਡ ਕੇ ਚਲਾ ਗਿਆ, ਉਹਨੂੰ ਕੋਈ ਸੇਫ ਜਗ੍ਹਾ ਨਹੀਂ ਦਿੱਤੀ। ਸੋ ਸਾਡੀ ਇਹਨਾਂ ਪਰਮਿੰਦਰ ਜੀ ਦੀ ਵਾਈਫ ਜਿਹੜੀ ਉਹ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਉਹਨੇ ਕੰਮ ਕੀਤਾ ਹੈਗਾ, ਤੇ ਜਿਹੜਾ ਮੁੰਡਾ ਜਿਹਨੇ ਉਹਨੂੰ ਭੇਜਿਆ ਸੀਗਾ ਉਹ ਵੀ ਉਹਨਾਂ ਦੇ ਇਨ ਟੱਚ ਸੀਗਾ, ਤੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੂੰ ਇਹਨੂੰ ਜਿੰਨੇ ਵੀ ਹੋ ਸਕੇ ਤੂੰ ਇੱਥੇ ਲਿਆ, ਸਾਡੇ ਕੋਲ ਲਿਆ, ਤਾਂ ਕਿ ਅਸੀਂ ਅੱਗੋਂ ਫਿਰ ਪ੍ਰਸ਼ਾਸਨ ਨਾਲ ਗੱਲ ਕਰਾਂਗੇ, ਪੁੱਛਾਂਗੇ, ਦੱਸਾਂਗੇ ਜੋ ਵੀ ਹੈ, ਸੇਫ ਕਰੋ ਉਹਨੂੰ। ਅਸੀਂ ਉਹਨੂੰ ਸੇਫ ਦੇ ਪੁਆਇੰਟ ਨਾਲ ਉਹਨੂੰ ਬੁਲਾਇਆ, ਪਰ ਉਸ ਰਾਤ ਉਹ ਨਹੀਂ ਆਏ, ਤੇ ਅਗਲੀ ਉਹ ਸੰਡੇ ਨੂੰ ਸਾਡੇ ਕੋਲੇ ਆਏ ਨੇ। ਸੰਡੇ ਨੂੰ ਫਿਰ ਉਹਨੂੰ ਕਿਉਂਕਿ ਉਹ ਭੁੱਖੇ ਪਿਆਸੇ ਸੀਗੇ, ਤੇ ਇਹਨਾਂ ਨੇ ਕਿਹਾ ਕਿ ਚਲੋ ਜੀ ਮੈਨੂੰ ਬਾਹਰੋਂ ਖਾਣਾ ਖਵਾ ਲੈਣਾ। ਉਹ ਬਾਹਰੋਂ ਖਾਣਾ ਖਵਾਉਣ ਗਿਆ, ਫਿਰ ਇਹ ਆਪਣੇ ਘਰ ਲੈ ਗਏ ਕਿਉਂਕਿ ਉਹ ਵਾਈਫ ਤੇ ਉਹ ਇੱਕ ਦੂਜੇ ਨੂੰ ਜਾਣਦੇ ਸੀਗੇ, ਉੱਥੇ ਰਹੇ। ਤੇ ਫਿਰ ਮੇਰੇ ਕੋਲੇ ਰਾਤ ਨੂੰ ਰਹੇ, ਉਹ ਰਾਤ ਮੇਰੇ ਕੋਲੇ ਰਹੀ ਆ ਕੁੜੀ। ਉਸ ਤੋਂ ਅਗਲੇ ਦਿਨ 4 ਤਰੀਕ ਨੂੰ ਅਸੀਂ ਸਦਰ 'ਚ ਜਾਂਦੇ ਹਾਂ, ਥਾਣੇ 'ਚ ਜਾਂਦੇ ਹਾਂ, ਉੱਥੇ ਰਿਪੋਰਟ ਲਿਖਾਉਂਦੇ ਹਾਂ, ਤੇ ਉੱਥੇ ਅਸੀਂ ਚਾਈਲਡ ਹੈਲਥ ਦੇ ਜਿਹੜੇ ਹੁੰਦੇ ਉੱਥੇ ਫੋਨ ਲੱਗਿਆ ਸੀਗਾ, ਅਸੀਂ ਉਹਨੇ ਪਰਮਿੰਦਰ ਜੀ ਨੇ ਉਹਨੂੰ ਵੀ ਫੋਨ ਕੀਤਾ ਕਿ ਸਾਡੇ ਕੋਲ ਇਸ ਤਰ੍ਹਾਂ ਲੇਡੀ ਆ। ਉਹਨਾਂ ਨੇ ਕਿਹਾ ਜੀ ਅਸੀਂ 18 ਸਾਲ ਤੋਂ ਘੱਟ ਨੂੰ ਲੈਂਦੇ ਹਾਂ, ਇਹਦੀ ਉਮਰ ਕਿਉਂਕਿ 23 ਸਾਲ ਦੀ, ਅਸੀਂ ਇਹਨੂੰ ਨਹੀਂ ਲੈਂਦੇ। ਉਹਨਾਂ ਦਾ ਜਵਾਬ ਇਹ ਸੀਗਾ, ਸੋ ਉਹਨਾਂ ਨੇ ਲੈਣ ਤੋਂ ਮਨਾ ਕਰਤਾ। ਪਰ ਹਾਂ, ਜਿਹੜੇ ਉੱਥੋਂ ਦੇ ASI ਸੀਗੇ ਜਿਹੜੇ ਕਿ ਡਿਊਟੀ ਤੇ ਆਏ ਸੀਗੇ, ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਤੁਸੀਂ ਸਿਟੀ 'ਚ ਇਨਫੋਰਮ ਕਰੋ, ਇਹ ਸਦਰ ਹੈ, ਪਰ ਹਾਂ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਉਹਨਾਂ ਨੇ ਆਪਣਾ ਕੰਟੈਕਟ ਨੰਬਰ ਦਿੱਤਾ ਕਿ ਮੈਂ ਤੁਹਾਡੇ ਕੋਲੇ ਆਉਂਗਾ, ਤੁਸੀਂ ਹੁਣ ਨਹੀਂ ਭਟਕਣਾ। ਮੈਨੂੰ ਉਹਨਾਂ ਦਾ ਰਵੱਈਆ ਬਹੁਤ ਵਧੀਆ ਲੱਗਿਆ। ਤੇ ਮੈਮ ਤੁਸੀਂ ਮੁਕਤਸਰ ਦੇ ਜਿਹੜਾ ਆ ਜਿੱਥੇ ਦੀ ਕੁੜੀ ਰਹਿਣ ਵਾਲੀ, ਜਿਸ ਜ਼ਿਲ੍ਹੇ ਦੀ, ਉੱਥੇ ਦੇ SDM ਦੇ ਨਾਲ, DC ਦੇ ਨਾਲ ਕੰਟੈਕਟ ਕੀਤਾ ਜੀ? ਦੇਖੋ, ਨਾ ਤਾਂ ਮੇਰੇ ਕੋਲ ਕੋਈ ਕੰਟੈਕਟ ਸੀਗਾ ਤੇ ਨਾ ਹੀ ਮੈਂ ਕਰ ਸਕੀ ਸੀਗੀ, ਕਿਉਂਕਿ ਇਹ ਕੰਮ ਤਾਂ ਫਿਰ ਪੱਤਰਕਾਰ ਵੀ ਕਰ ਸਕਦਾ ਸੀਗਾ। ਜਦੋਂ ਕੁੜੀ ਨੂੰ ਉਸ ਟਾਈਮ ਘਰੋਂ ਕੱਢਿਆ, ਕੁੜੀ ਘਰੋਂ ਬਾਹਰ ਘੁੰਮ ਰਹੀ ਸੀ, ਗੁਰਪ੍ਰੀਤ ਕੋਟਲੀ ਜਦੋਂ ਵੀਡੀਓ ਬਣਾ ਰਹੇ ਸੀਗੇ ਹਨਾ, ਤੇ ਉਹਨੇ ਕੋਈ ਰਿਪੋਰਟ ਲਿਖਾਈ ਆਪਣੇ ਸਹੁਰਿਆਂ ਦੇ ਖਿਲਾਫ ਵੀ ਹਾਂ ਮੈਨੂੰ ਘਰੋਂ ਕੱਢਿਆ ਵਾ, ਆਪਣੇ ਉਹਨਾਂ ਦੇ ਪਤੀ ਜਿਹੜੇ ਘਰੋਂ ਚਲੇ ਗਏ, ਉਹਨਾਂ ਨੇ ਕੋਈ ਰਿਪੋਰਟ ਲਿਖਾਈ ਹੋਈ ਸੀ ਪ੍ਰਸ਼ਾਸਨ ਦੇ ਕੋਲ? ਹਾਂ, ਉਹ ਕਹਿੰਦੀ ਕਿ ਵੀ ਮੈਂ ਲਿਖਾਈ ਹੈ, ਮੈਂ ਸਾਰਾ ਕੁਝ ਕੀਤਾ ਹੈਗਾ। ਤਾਂ ਫਿਰ ਦੇਖੋ 4 ਤਰੀਕ ਨੂੰ ਅਸੀਂ ਜਦੋਂ ਸਦਰ ਤੋਂ ਬਾਅਦ ਫਿਰ ਅਸੀਂ ਸਿਟੀ 'ਚ ਗਏ ਹਾਂ, ਤੇ ਉਹਨਾਂ ਨੇ ਵੀ ਕਿਹਾ, ਜਿਹੜੇ ਸਦਰ ਦੇ ਸਾਡੇ ਸਿਟੀ ਦੇ ਸੀਗੇ ASI ਬਲਵਿੰਦਰ ਸਿੰਘ, ਉਹਨਾਂ ਨੇ ਵੀ ਚਲੋ ਇੱਕ ਚਿੰਤਾ ਜੀ ਪ੍ਰਗਟਾਈ। ਕੋਈ ਰਾਹ ਤਾਂ ਚਲੋ ਨਹੀਂ ਦੱਸਿਆ, ਪਰ ਸਾਨੂੰ ਇੱਕ ਉਹਨਾਂ ਨੇ ਦੱਸਿਆ ਕਿ ਮੈਂ ਚਾਹੁੰਦਾ ਕਿ ਤੁਹਾਨੂੰ ਕੋਈ ਸਰਕਾਰੀ ਹੈਲਪ ਮਿਲ ਜਾਏ, ਅਦਾਰਾ, ਕਿ ਅਸੀਂ ਸਾਰੇ ਅਣਜਾਣ ਹੈ। ਇਹਨਾਂ ਦਾ ਤਾਂ ਰੋਜ਼ ਵਾਹ ਪੈਂਦਾ ਨਾ, ਪੁਲਿਸ ਵਾਲਿਆਂ ਦਾ ਤਾਂ ਰੋਜ਼ ਵਾਹ ਪੈਂਦਾ ਹੈਗਾ, ਉਹਨਾਂ ਨੂੰ ਤਾਂ ਪਤਾ ਹੁੰਦਾ ਨਾ ਵੀ ਹਾਂ ਵੀ ਕਿੱਥੇ ਕਿਉਂਕਿ ਇੱਕ ਕੰਮ ਹੁੰਦਾ ਸਾਨੂੰ ਪਤਾ ਹੁੰਦਾ, ਇੱਕ ਅਸੀਂ ਪ੍ਰੈਕਟੀਕਲੀ ਚੱਲਦੇ ਹਾਂ, ਇਹਨਾਂ ਦਾ ਵਾਹ ਪੈਂਦਾ ਰਹਿੰਦਾ। ਸੋ ਉਹਨਾਂ ਨੂੰ ਨਹੀਂ ਸੀਗਾ, ਕਹਿੰਦੇ ਵੀ ਅਸੀਂ ਤੁਹਾਨੂੰ ਕੋਈ ਸਰਕਾਰੀ ਅਦਾਰਾ ਚਾਹੁੰਦੇ ਕਿ ਇਦਾਂ ਦੀ ਕੋਈ ਹੈਲਪ ਮਿਲੇ। ਪਰ ਮੈਡਮ ਜਿੱਦਾਂ ਮਨੀਸ਼ਾ ਗੁਲਾਟੀ ਦਾ ਬਹੁਤ ਨਾਮ ਮਸ਼ਹੂਰ ਆ, ਮਨੀਸ਼ਾ ਗੁਲਾਟੀ ਕੋਲ ਕੋਈ ਵੀ ਪੰਜਾਬ ਦੇ ਵਿੱਚ ਵੱਖੋ ਵੱਖਰੇ ਥਾਵਾਂ ਤੇ ਉਹਨਾਂ ਦੇ ਜਿਹੜੇ ਦਫ਼ਤਰ ਦੇ ਬਾਹਰ ਮੋਹਾਲੀ ਵਿੱਚ ਰਸ਼ ਪਿਆ ਰਹਿੰਦਾ ਹੈ ਇੱਕ ਫੇਸ ਦੇ ਵਿੱਚ, ਤੇ ਤੁਸੀਂ ਉਹਨਾਂ ਨਾਲ ਕੋਈ ਸੰਪਰਕ ਕੀਤਾ ਜੀ? ਮੈਂ ਦੱਸ ਰਹੀ ਹਾਂ, ਜਦੋਂ ਅਸੀਂ ਸਿਟੀ ਥਾਣੇ 'ਚ ਗਏ ਤਾਂ ਸਿਟੀ ਥਾਣੇ ਨੇ ਇਹ ਕਿਹਾ ਮੈਡਮ ਸਾਡੇ ਕੋਲ ਵੀ ਕੋਈ ਅਥਾਰਟੀ ਨਹੀਂ ਹੈਗੀ ਕਿ ਅਸੀਂ ਤੁਹਾਨੂੰ ਅਲਾਉ ਕਰ ਦਈਏ ਕਿ ਤੁਸੀਂ ਇਹਨੂੰ ਆਪਣੇ ਕੋਲੇ ਰੱਖੋ,
ਕਿਉਂਕਿ ਤੁਸੀਂ ਕੋਈ ਰਜਿਸਟਰਡ ਉਹ ਨਹੀਂ ਹੈਗੇ, ਕਿਸੇ NGO ਨਾਲ ਤੁਸੀਂ ਨਹੀਂ ਜੁੜੇ ਹੈਗੇ। ਤਾਂ ਮੈਂ ਉਹ ਕਹਿੰਦੇ ਕਿ ਤੁਹਾਨੂੰ ਆਪਣੇ ਕੋਲੇ ਰੱਖਣ ਵਾਸਤੇ SDM ਦੀ ਪਰਮਿਸ਼ਨ ਲੈਣੀ ਪਏਗੀ। ਅਸੀਂ ਉਸੇ ਟਾਈਮ ਫਿਰ SDM ਕੋਲੇ ਗਏ ਹਾਂ। ਤਾਂ ਉਸ ਟਾਈਮ ਤੱਕ ਕਿਉਂਕਿ ਸ਼ਾਮ ਦਾ ਟਾਈਮ ਸੀ, SDM ਸਾਹਿਬ ਨਿਕਲ ਚੁੱਕੇ ਸੀਗੇ ਤੇ ਜਿਹੜੇ ਉਹਨਾਂ ਦੇ ਅੱਗੇ ਪੀਓਨ ਹੈ ਜਾਂ ਜੋ ਵੀ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਆਇਓ, ਕੱਲ ਤੁਹਾਨੂੰ ਪਹਿਲ ਦੀ ਆਧਾਰ ਤੇ ਸੁਣਿਆ ਜਾਊਗਾ। ਬਟ ਤੁਸੀਂ ਜਿਹੜੀ ਹੁਣ ਮਨੀਸ਼ਾ ਗੁਲਾਟੀ ਜੀ ਦੀ ਗੱਲ ਕੀਤੀ, ਵਾਕਿਆ ਉਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਪਪੂਲਰ ਆ, ਉਹਨਾਂ ਦੀ ਬੜੀ ਬੱਲੇ ਬੱਲੇ ਹੋ ਰਹੀ, YouTube ਤੇ ਉਹ ਛਾਏ ਹੋਏ ਨੇ, ਨੋ ਡਾਊਟ। ਮੈਨੂੰ ਵੀ ਬੜਾ ਅੱਛਾ ਲੱਗਦਾ ਸੀਗਾ ਕਿ ਕੋਈ ਇੱਦਾਂ ਕੰਮ ਕਰ ਰਿਹਾ। ਬਟ ਜਦੋਂ ਅਸੀਂ ਪ੍ਰੈਕਟੀਕਲੀ ਕਿਸੇ ਦੇ ਨਾਲ ਜੁੜਦੇ ਹਾਂ ਤੇ ਸਾਨੂੰ ਬਹੁਤ ਕੁਝ ਉਹ ਹੁੰਦਾ। ਉਹ ਮੈਨੂੰ ਵੀਰਪਾਲ ਨੇ ਵੀ ਇਹੀ ਗੱਲ ਕਹੀ ਸੀ ਜਦੋਂ ਅਸੀਂ ਅਗਲੇ ਦਿਨ SDM ਦੇ ਜਾਣਾ ਸੀ। ਤਾਂ ਉਹਦੀ ਇੱਕੋ ਜਿੱਦ ਸੀ ਕਿ ਮੈਂ ਇੱਕ ਵਾਰੀ ਮਨੀਸ਼ਾ ਗੁਲਾਟੀ ਜੀ ਨੂੰ ਮਿਲਣਾ ਚਾਹੁੰਦੀ ਹਾਂ, ਕਿ ਮੈਂ ਪਹਿਲਾਂ ਆਪਣੀ ਗੱਲ ਮਨੀਸ਼ਾ ਗੁਲਾਟੀ ਜੀ ਕੋਲੇ ਰੱਖਣਾ ਚਾਹੁੰਦੀ। ਉਹ ਮੇਰੀ ਗੱਲ ਸੁਣਨਗੇ, ਉਹ ਮੇਰੀ ਹੱਲ ਕਰਨਗੇ। ਕਿਉਂਕਿ ਉਹਨੂੰ ਇਹ ਹੈ ਕਿ ਵੀ ਮੈਂ ਆਪਦੇ ਘਰ ਜਾਣਾ ਚਾਹੁੰਦੀ ਹਾਂ, ਕਿਉਂਕਿ ਉਹਨੂੰ ਇੰਨਾ ਕਿ ਉਤਾਵਲਾਪਨ ਸੀਗਾ ਕਿ ਵੀ ਮੇਰਾ ਜਿਹੜੀ ਡਿਲੀਵਰੀ ਆ ਉਹ ਮੇਰੇ ਸਹੁਰੇ ਘਰ ਹੋਵੇ, ਵੀ ਉਹ ਮੇਰਾ ਹਸਬੈਂਡ ਮੇਰੇ ਕੋਲੇ ਹੋਵੇ, ਮੇਰਾ ਸਾਰਾ ਪਰਿਵਾਰ ਮੇਰੇ ਕੋਲੇ ਹੋਵੇ, ਤੇ ਵੀ ਮੈਂ ਉਹਨਾਂ ਕੋਲੇ ਜਾਣਾ ਚਾਹੁੰਦੀ। ਤੇ ਇਹ ਕੰਮ ਮੈਡਮ ਮਨੀਸ਼ਾ ਗੁਲਾਟੀ ਕਰ ਸਕਦੇ ਆ। ਸੋ ਅਸੀਂ ਉਹਦੇ ਤੇ ਕਹਿਣ ਤੇ ਅਸੀਂ SDM ਦੇ ਕੋਲ ਜਾਣ ਦੀ ਬਜਾਏ ਫਿਰ ਅਸੀਂ ਮਨੀਸ਼ਾ ਗੁਲਾਟੀ ਜੀ ਦੇ ਉਧਰ ਦਫ਼ਤਰ ਗਏ ਹਾਂ। ਉੱਥੇ ਅਸੀਂ ਐਪਲੀਕੇਸ਼ਨ ਦਿੱਤੀ ਤੇ ਫਿਰ ਜਦੋਂ ਅਸੀਂ ਅੰਦਰ ਗਏ ਹਾਂ ਤੇ ਸਾਡੇ ਨਾਲ ਹੀ ਇੱਕ ਮਦਰ ਸੀਗੀ ਜਿਹੜੀ ਆਪਣੀ ਬੇਟੀ ਨੂੰ ਲੈ ਕੇ ਆਈ ਸੀਗੀ, ਉਹ ਹਰਿਆਣੇ ਤੋਂ ਸੀਗੀ। ਤਾਂ ਖੈਰ ਬੜਾ ਅੱਛਾ ਡੀਲ ਕੀਤਾ, ਵਧੀਆ ਡੀਲ ਕੀਤਾ ਮਨੀਸ਼ਾ ਗੁਲਾਟੀ ਜੀ ਨੇ। ਪਰ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਮੈਂ ਪੰਜਾਬ ਨੂੰ ਡੀਲ ਕਰਦੀ ਹਾਂ, ਮੈਂ ਹਰਿਆਣੇ ਨੂੰ ਨਹੀਂ ਕਰਦੀ, ਤੁਸੀਂ ਹਰਿਆਣੇ 'ਚ ਆਪਣੀ ਗੱਲ ਰੱਖੋ। ਉਹਨਾਂ ਨੇ ਉਹਨਾਂ ਦੇ ਉੱਥੋਂ ਦੇ ਜਿਹੜੇ ਆ ਉਹਨਾਂ ਨੂੰ ਨਾਮ ਵੀ ਦਿੱਤਾ ਸੀਗਾ ਕਿ ਇਹ ਨੇ ਡੀਲ ਕਰਦੇ ਨੇ ਔਰ ਬੜੀ ਅੱਛੀ ਲੇਡੀ ਆ ਔਰ ਉਹ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੀ ਹੈਗੀ, ਤੁਸੀਂ ਉਹਨਾਂ ਨੂੰ ਕੰਟੈਕਟ ਕਰੋ। ਲੇਕਿਨ ਮੈਨੂੰ ਇਹ ਬੜੀ ਹੈਰਾਨੀ ਹੋਈ ਕਿ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਔਰਤਾਂ ਪਹਿਲਾਂ ਵੀ 0 ਸੀ, ਅੱਜ ਵੀ 0 ਹੈ ਤੇ ਇਹਨਾਂ ਨੇ 0 ਹੀ ਰਹਿਣਾ। ਇਸ਼ਾਰਾ ਮੈਮ ਇਦਾਂ ਹੀ ਕਰ ਰਹੇ ਸੀਗੇ? ਹਾਂ, ਬਿਲਕੁਲ ਇਦਾਂ ਹੀ ਇਸ਼ਾਰਾ ਕੀਤਾ। ਕੱਲ ਵੀ 0 ਸੀ, ਅੱਜ ਵੀ 0 ਹੈ, ਕੱਲ ਵੀ 0 ਰਹਿਣਗੀਆਂ। ਉਸ ਟਾਈਮ ਮੈਨੂੰ ਇਹ ਲੱਗਿਆ ਕਿ ਸ਼ਾਇਦ ਮੈਡਮ ਠੀਕ ਕਹਿ ਰਹੇ, ਸ਼ਾਇਦ ਅਸੀਂ ਹੀ ਕੋਈ ਐਫਰਟਸ ਨਹੀਂ ਕਰਦੇ, ਅਸੀਂ ਆਵਾਜ਼ ਨਹੀਂ ਚੱਕਦੇ। ਇਸ ਕਰਕੇ ਜਦੋਂ ਉਹਨਾਂ ਨੂੰ ਕਹਿ ਦਿੱਤਾ, ਉਹਨਾਂ ਨੂੰ ਭੇਜ ਦਿੱਤਾ, ਉਹਦੇ ਤੇ ਉਹਨਾਂ ਨੇ ਆਪਣੇ ਕਮੈਂਟ ਵੀ ਪਾਏ ਉਹਦੀ ਐਪਲੀਕੇਸ਼ਨ ਤੇ ਕਿ ਉਹ ਮੇਰਾ ਨਾਮ ਜਦੋਂ ਪੜ੍ਹਨਗੇ ਤਾਂ ਤੁਹਾਨੂੰ ਅੱਛੀ ਤਰ੍ਹਾਂ ਡੀਲ ਕਰਨਗੇ। ਜਦੋਂ ਚਲੇ ਗਏ ਫਿਰ ਸਾਡੀ ਵਾਰੀ ਆਈ, ਸਾਨੂੰ ਉਹਨਾਂ ਨੇ ਸੁਣਿਆ ਤਾਂ ਅਸੀਂ ਉਹਨਾਂ ਨੂੰ ਇਹਦੀ ਵੀਰਪਾਲ ਦੀ ਸਮੱਸਿਆ ਦੇ ਬਾਰੇ ਦੱਸਿਆ ਤੇ ਉਹਨਾਂ ਨੇ ਬੜੀ ਕੁਇਕਲੀ ਇਹ ਕਿਹਾ ਕਿ ਜਿਹੜੇ ਉਹਨਾਂ ਦੇ ਨਾਲ ਬੈਠੇ ਸੀ ਅਸਿਸਟੈਂਟ ਸੀਗੇ ਜਿਹੜੇ, ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਬੁਲਾਓ, ਸਹੁਰੇ ਸਾਹਿਬ ਨੂੰ ਫੋਨ ਲਗਾਓ। ਸਾਡੇ ਉਹਨਾਂ ਨੇ ਨੰਬਰ ਵਗੈਰਾ ਲੈ ਲਏ ਸੀ ਤੇ ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਜਾਓ, ਅਸੀਂ ਤੁਹਾਨੂੰ ਬੁਲਾਵਾਂਗੇ, ਤੁਹਾਨੂੰ ਆਉਣਾ ਹੋਏਗਾ, ਤੁਸੀਂ ਆਇਓ, ਅਸੀਂ ਤੁਹਾਨੂੰ ਬੁਲਾਵਾਂਗੇ। ਤੇ ਸਾਨੂੰ ਬੜੀ ਖੁਸ਼ੀ ਸੀਗੀ ਕਿ ਵੀ ਚਲੋ ਹਾਂ ਪ੍ਰੋਬਲਮ ਸੋਲਵ ਹੋ ਜਾਏਗੀ। ਅਸੀਂ ਉੱਥੋਂ ਆ ਗਏ। ਜਦੋਂ ਅਸੀਂ ਉੱਥੋਂ ਆਏ ਹਾਂ ਤਾਂ ਰਸਤੇ 'ਚ ਫਿਰ ਕਹਿੰਦੀ ਕਿ ਮੈਨੂੰ ਨਾ ਘਬਰਾਹਟ ਹੋ ਰਹੀ ਹੈ, ਵੀ ਮੈਨੂੰ ਕੁਛ ਅੱਛਾ ਜਿਹਾ ਨਹੀਂ ਲੱਗ ਰਿਹਾ। ਤੇ ਅਸੀਂ ਫਿਰ ਉਹਨਾਂ ਨੂੰ ਸਿੱਧਾ ਹੌਸਪੀਟਲ ਲੈ ਗਏ, ਖਰੜ ਦੇ ਹੌਸਪੀਟਲ 'ਚ। ਉਹਨੂੰ ਅਸੀਂ ਡਾਕਟਰ ਨੂੰ ਚੈੱਕਅਪ ਕਰਾਇਆ, ਉਹਦੀ ਕਾਰਡ ਬਣਾਏ, ਉਹਦੀ ਫਾਈਲ ਬਣਵਾਈ ਤੇ ਉਹਨਾਂ ਨੇ ਕਿਹਾ ਜੀ ਉਹਦਾ ਜਿਹੜਾ ਖੂਨ ਆ ਉਹ ਵੀ ਬਹੁਤ ਘੱਟ ਆਇਆ ਜੀ, 7.7 ਤੇ ਉਹਦੇ ਹੋਰ ਵੀ ਜਿਹੜੇ ਰਿਪੋਰਟਸ ਸੀਗੀਆਂ ਉਹ ਵੀ ਘੱਟ ਸੀ। ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਕਿਉਂਕਿ ਮੇਰੇ ਘਰ ਤੋਂ 2.5 ਕਿਲੋਮੀਟਰ ਤੇ ਹੀ ਹੈਗਾ, ਤੇ ਮੈਂ ਉਹ ਲਿਖ ਕੇ ਲੈ ਆਈ ਸੀਗੀ ਕਿ ਹਾਂ ਵੀ ਜੇ ਅਗਰ ਕੋਈ ਪ੍ਰੋਬਲਮ ਆਉਂਦੀ ਤਾਂ ਮੈਨੂੰ ਹੌਸਪੀਟਲ 'ਚ ਲੈ ਆਉਂਗੀ। ਤੇ ਉਹ ਰਹੀ ਹੈ। ਤਾਂ ਅਗਲੇ ਦਿਨ ਫਿਰ ਅਸੀਂ ਜਿਹੜਾ ਹੈਗਾ SDM ਨੂੰ ਮਿਲੇ। SDM ਮੀਟਿੰਗਸ ਵਿੱਚ ਬਿਜੀ ਸੀਗੇ। ਚਲੋ ਐਨੀ ਅਸੀਂ ਮਿਲੇ ਤਾਂ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਦੱਸੋ ਕਿ ਇਹਨਾਂ ਨੂੰ ਕਿੱਥੇ ਰੱਖਿਆ ਜਾ ਸਕਦਾ। ਤਾਂ ਮੈਂ ਕਿਹਾ ਜੀ ਸਾਡੇ ਤਾਂ ਦਿਮਾਗ 'ਚ ਇੱਕੋ ਸੀਗਾ ਕਿ ਪ੍ਰਭ ਆਸਰਾ। ਅਸੀਂ ਜੀ ਪ੍ਰਭ ਆਸਰਾ ਦਾ ਨਾਮ ਲੈਤਾ ਤੇ ਫਿਰ ਕਹਿੰਦੇ ਵੀ ਇਹ ਕਿੱਥੇ ਗਏ। ਫਿਰ ਉਹਨਾਂ ਦੇ ਹੀ ਜਿਹੜੇ ਸਰਾਊਂਡਿੰਗ ਸੀ ਉਹ ਦੱਸਣ ਲੱਗੇ ਜੀ ਇੱਥੇ ਕੁਰਾਲੀ ਦੇ ਕੋਲ ਹੀ ਆ, ਨੇੜੇ ਹੀ ਆ, ਜ਼ਿਆਦਾ ਦੂਰ ਨਹੀਂ। ਤੇ ਉਹਨਾਂ ਨੇ ਬੜਾ ਕੈਜੂਅਲੀ ਜਿਹਾ ਲਿਆ ਐਵੇਂ ਕਿ ਚਲੋ ਜੀ ਉੱਥੇ ਲਿਖ ਦਿੱਤਾ ਕੰਸੀਡਰ ਰਿਕੁਐਸਟ ਔਰ ਉਹਨਾਂ ਨੂੰ ਸਾਨੂੰ ਇੱਦਾਂ ਹੀ ਭੇਜ ਦਿੱਤਾ, ਜਸਟ ਇੱਕ ਫਾਰਮੈਲਿਟੀ। ਅਸੀਂ ਉੱਥੇ ਚਲੇ ਗਏ, ਪ੍ਰਭ ਆਸਰਾ ਨੂੰ ਅਸੀਂ ਮਿਲੇ ਹਾਂ। ਉੱਥੇ ਸਾਡਾ ਪੂਰਾ ਦਿਨ ਲੱਗ ਗਿਆ ਕਿਉਂਕਿ ਉਹਨਾਂ ਨੇ ਕਿਹਾ ਜੀ ਦੇਖੋ ਸਾਡੇ ਕੋਲੇ ਵੀ ਕੋਈ ਅਥਾਰਟੀ ਨਹੀਂ ਕਿਸੇ ਨੂੰ ਰੱਖਣ ਨੂੰ, ਅਸੀਂ ਇੱਥੇ ਉਹ ਲੋਕ ਰੱਖਦੇ ਆ ਜਿਨ੍ਹਾਂ ਦਾ ਕੋਈ ਵੀ ਨਹੀਂ ਹੈ, ਜਿਹੜੇ ਸੜਕ 'ਤੇ ਨੇ, ਮੈਂਟਲੀ ਡਿਸਟਰਬ ਨੇ। ਤੇ ਇਹ ਕਿਉਂਕਿ ਮੈਂਟਲੀ ਸਹੀ ਹੈਗੀ ਆ ਹੈ ਨਾ, ਇਹਨਾਂ ਦੀਆਂ ਹੋਰ ਸੰਸਥਾਵਾਂ ਹੈਗੀਆਂ ਨੇ ਤੇ ਉਹ ਇੱਕ ਚੈਨਲ ਹੈ। ਕਹਿੰਦੇ ਚਲੋ ਅਸੀਂ ਤੁਹਾਡੇ ਜਜ਼ਬੇ ਨੂੰ ਅਸੀਂ ਸਲੂਟ ਮਾਰਦੇ ਹਾਂ, ਪਰ ਅਸੀਂ ਇਸ ਟਾਈਮ ਇਹਨਾਂ ਦੀ ਚਲੋ ਉਹਨਾਂ ਨੇ ਕਿਹਾ ਵੀ ਅਸੀਂ ਪੁਰਾਣੇ ਤੋਂ ਚੱਲ ਰਹੇ ਹੈਗੇ ਹਾਂ, ਵੀ ਚਲੋ ਤੁਸੀਂ ਇਹ ਐਫਰਟ ਕੀਤੇ, ਅਸੀਂ ਵੀ ਚਲੋ ਇਹਦੀ ਕੁਛ ਮਦਦ ਕਰਾਂ। ਉਹਨੂੰ ਵੀਰਪਾਲ ਨੂੰ ਪੁੱਛਿਆ ਗਿਆ ਕਿ ਵੀਰਪਾਲ ਸਭ ਤੋਂ ਪਹਿਲਾਂ ਤੇਰੇ ਤੇ ਡਿਪੈਂਡ ਕਰਦਾ ਤੂੰ ਕਿੱਥੇ ਰਹਿਣਾ ਪਸੰਦ ਕਰੇਂਗੀ। ਹੁਣ ਇੱਥੋਂ ਦਾ ਜਿਹੜਾ ਮਾਹੌਲ ਉਹਨਾਂ ਨੇ ਐਕਸਪਲੇਨ ਕਰਤਾ ਸੀਗਾ ਕਿ ਤੂੰ ਇਸ ਮਾਹੌਲ 'ਚ ਰਹੇਂਗੀ, ਤਾਂ ਉਹਨੇ ਕਹਿਤਾ ਸੀਗਾ ਕਿ ਵੀ ਮੈਂ ਇੱਥੇ ਨਹੀਂ ਰਹਿ ਸਕਦੀ।
ਤਾਂ ਉਹ ਕਹਿੰਦੇ ਫਿਰ ਅਸੀਂ ਤੈਨੂੰ ਉੱਥੇ ਛੱਡਾਂਗੇ ਜਿੱਥੇ ਤੂੰ ਆਪਣੇ ਆਪ ਨੂੰ ਸੇਫ ਫੀਲ ਕਰੇ। ਹੁਣ ਮੈਂ ਤਾਂ ਰੱਖ ਨਹੀਂ ਸੀ ਸਕਦੀ ਕਿਉਂਕਿ ਮੈਂ ਅਥੋਰਾਈਜ਼ਡ ਨਹੀਂ ਸੀਗੀ। ਸੋ ਉਹਨਾਂ ਨੇ ਕਿਹਾ ਵੀ ਫਿਰ ਉਹਨੂੰ ਕਿਹਾ ਵੀ ਤੂੰ ਸੋਚ ਲੈ, ਜੋ ਵੀ ਤੇਰਾ ਹੋਏਗਾ ਤੂੰ ਜਿੱਥੇ ਕਹਾਂਗੇ ਅਸੀਂ ਤੈਨੂੰ ਉੱਥੇ ਛੱਡ ਆਵਾਂਗੇ। ਬਾਅਦ 'ਚ ਉਹਨੇ ਸੋਚ ਸਮਝ ਕੇ ਇਹ ਕਿਹਾ ਕਿ ਵੀ ਠੀਕ ਆ ਮੈਂ ਇੱਥੇ ਰਹਿ ਲਾਂਗੀ। ਤੇ ਫਿਰ ਉਹਨਾਂ ਨੇ ਸਾਡੇ ਕੋਲ ਜੋ ਫਾਰਮੈਲਿਟੀਜ਼ ਕਰਵਾਉਣੀਆਂ ਸੀ ਉਹ ਕਰਵਾ ਕੇ ਸਾਡੇ ਫ਼ੋਨ ਨੰਬਰ, ਕੰਟੈਕਟ ਨੰਬਰ, ਫੋਟੋ ਵਗੈਰਾ ਲੈ ਕੇ ਸਾਰਾ ਕੁਝ ਕਰਕੇ ਉਹਨਾਂ ਨੇ ਹੁਣ ਜਿਹੜੀ ਹੈ ਵੀਰਪਾਲ ਜੋ ਹੈ ਉਹ ਇਸ ਟਾਈਮ ਪ੍ਰਭ ਆਸਰਾ ਦੇ ਕੋਲ ਰਹਿ ਰਹੀ ਹੈ। ਤੇ ਹੁਣ ਉਹ ਇਹ ਬਾਰ-ਬਾਰ ਇਹ ਕਹਿ ਰਹੀ ਆ ਕਿ ਵੀ ਮੈਂ ਇੱਥੇ ਨਹੀਂ ਰਹਿ ਸਕਦੀ ਕਿਉਂਕਿ ਮੈਨੂੰ ਮੇਰੇ ਹਿਸਾਬ ਨਾਲ ਖਾਣਾ ਨਹੀਂ ਮਿਲ ਰਿਹਾ ਹੈਗਾ। ਮੈਂ ਇੱਥੇ ਬੋਰ ਮਹਿਸੂਸ ਕਰਦੀ ਹਾਂ, ਇੱਥੇ ਮੈਂ ਮੈਂਟਲੀ ਬੜੀ ਅਪਸੈਟ ਕਿਉਂਕਿ ਉਹਨਾਂ ਨੇ ਕਿਹਾ ਸੀ ਤੁਹਾਨੂੰ ਫ਼ੋਨ ਨਹੀਂ ਦੇ ਸਕਦੇ। ਤੇ ਮੈਂ ਉਹ ਮਤਲਬ ਉੱਥੋਂ ਸ਼ਿਫਟ ਹੋਣਾ ਚਾਹੁੰਦੀ ਆ। ਤੇ ਮੈਂ ਇਹ ਸੋਚਦੀ ਹਾਂ ਕਿ ਮਨੀਸ਼ਾ ਗੁਲਾਟੀ ਜੀ, ਮੈਂ ਤੁਹਾਡੇ ਕੋਲੇ 5 ਤਰੀਕ ਨੂੰ ਆਈ ਸੀ, ਅੱਜ ਤਰੀਕ ਦੇਖ ਲਓ ਕਿੰਨੀ ਆ ਤੇ ਤੁਹਾਡਾ ਨਾ ਕੋਈ ਫੋਨ ਆਇਆ। ਅਸੀਂ ਵੱਜ ਕੇ ਰਹਿ ਗਏ, ਅਸੀਂ ਕਿਤੇ ਨਹੀਂ ਗਏ ਕਿ ਕਦੋਂ, ਪਤਾ ਨਹੀਂ ਸਾਨੂੰ ਕਦੋਂ ਫੋਨ ਆ ਜਾਏ ਤੇ ਸਾਨੂੰ ਜਾਣਾ ਪੈ ਜੇ। ਕਿਤੇ ਨਾ ਕਿਤੇ ਮੈਡਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉੱਠਦਾ ਹੈ ਕਿਉਂਕਿ ਜੇ ਗੱਲ ਕਰ ਲਈ ਜਿਸ ਤਰ੍ਹਾਂ ਨੇਮ ਫੇਮ ਕਮਾਇਆ ਜਾਂਦਾ ਵੀ ਹਾਂ ਅਸੀਂ ਲੋਕਾਂ ਲਈ ਆਹ ਕਰਦੇ ਹਾਂ ਉਹ ਕਰਦੇ ਹਾਂ, ਸੋਸ਼ਲ ਮੀਡੀਆ ਵਿੱਚ ਫੇਮਸ ਹੋਇਆ ਜਾਂਦਾ, ਕਿਤੇ ਨਾ ਕਿਤੇ ਲੱਗਦਾ ਕਿ ਸਿਰਫ ਇੱਕ ਝੂਠ ਦਾ ਹੀ ਪਲੰਦਾ ਹੈ ਜੀ, ਇੱਕ ਪਰਦੇ ਪਿੱਛੇ ਹੋਰ ਕੁਛ ਹੈ ਸੱਚ ਜੀ? ਐਵੇਂ ਲੱਗਦਾ ਜੀ, ਛੋਛੇ ਬਹੁਤ ਜ਼ਿਆਦਾ। ਔਰ ਦੇਖੋ ਜੀ, ਇੱਕ ਨਾਰਾ ਦਿੱਤਾ ਜਾਂਦਾ ਹੈ ਕਿ ਜੀ ਬੇਟੀ ਪੜ੍ਹਾਓ ਬੇਟੀ ਬਚਾਓ। ਪੜ੍ਹਾਉਣਾ ਤਾਂ ਬਾਅਦ 'ਚ ਹੁੰਦਾ ਜੀ, ਬਚਾਉਣਾ ਪਹਿਲਾਂ ਹੁੰਦਾ। ਪਰ ਜਦੋਂ ਵੀ ਕੋਈ ਬਚਾਉਣ ਦੀ ਕੋਸ਼ਿਸ਼ ਕਰਦਾ ਨਾ ਉਹਨੂੰ ਸਜ਼ਾਵਾਂ ਮਿਲਦੀਆਂ। ਮੈਂ ਤੁਹਾਨੂੰ ਦੱਸਦੀ ਵੀ ਮੈਂ ਹੈਲਥ ਡਿਪਾਰਟਮੈਂਟ 'ਚੋਂ ਰਿਟਾਇਰ ਹੋਈ ਹਾਂ। ਉੱਥੇ ਵੀ ਇੱਕ ਮੁੱਦਾ ਹੋਇਆ ਸੀਗਾ, ਇੱਕ ਕੁੜੀ ਨੂੰ ਮੈਂ ਬਚਾਇਆ ਸੀਗਾ ਜਿਹਦੇ ਨਾਲ ਕਿ ਸੈਕਸੁਅਲ ਹਰਾਸਮੈਂਟ ਹੋਈ ਸੀਗੀ। CM ਵਿੰਡੋ ਦੇ ਵਿੱਚ ਵੀ ਮੈਂ ਕੇਸ ਪਾਇਆ ਸੀਗਾ, ਉਹਦਾ ਤਾਂ ਕੁਝ ਨਹੀਂ ਬਣਿਆ, ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਮੈਨੂੰ ਰਿਟਾਇਰ ਹੋਏ ਨੂੰ 6 ਮਹੀਨੇ ਹੋ ਗਏ, ਮੈਨੂੰ ਅਜੇ ਤੱਕ ਪੈਨਸ਼ਨ ਨਹੀਂ ਦਿੱਤੀ। ਮੈਨੂੰ ਪੈਨਸ਼ਨ ਨਹੀਂ ਦਿੱਤੀ, ਮੇਰੀ ਪੈਨਸ਼ਨ ਨਹੀਂ ਲਗਾਈ ਗਈ। ਮੈਡਮ ਤੁਸੀਂ ਇੱਕ ਪੜ੍ਹੇ ਲਿਖੇ ਪਰਸਨ ਹੋ ਹਨਾ, ਤੁਸੀਂ ਹੈਲਥ ਡਿਪਾਰਟਮੈਂਟ ਜੌਬ ਕੀਤੀ ਆ ਤੇ ਦੇਸ਼ ਆਪਾਂ ਕਹਿੰਦੇ ਅਸੀਂ ਤਾਂ ਭਾਰਤੀ ਨਾਗਰਿਕ ਹੋਣ ਤੇ ਮਾਣ ਮਹਿਸੂਸ ਕਰਦੇ, ਤੇ ਕਿਸ ਤਰ੍ਹਾਂ ਦਿਲ ਤੇ ਤੁਹਾਡੇ ਬੀਤ ਰਹੀ, ਕੀ ਲੱਗ ਰਿਹਾ ਜੀ ਵੀ ਕਿ ਇੱਕ ਇਹਦਾ ਮਤਲਬ ਇਹੀ ਜੀ ਭਾਰਤੀ ਨਾਗਰਿਕ ਹੋਣ ਤੇ ਤਾਂ ਬੰਦੇ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਜੇ ਇਸ ਤਰ੍ਹਾਂ ਸਿਸਟਮ ਹੈ ਜੀ? ਮੈਂ ਭਾਰਤ ਨੂੰ ਬਹੁਤ ਪਿਆਰ ਕਰਦੀ ਹਾਂ ਕਿਉਂਕਿ ਜੋ ਇੱਥੋਂ ਦੀ ਆਬੋ ਹਵਾ ਹੈਗੀ ਆ, ਜੋ ਇੱਥੋਂ ਦਾ ਰੀਤੀ ਰਿਵਾਜ ਹੈਗੇ ਨੇ, ਜੋ ਇੱਥੋਂ ਦੇ ਲੋਕ ਮਿਲਣਸਾਰ ਹੈਗੇ ਨੇ, ਕਿਉਂਕਿ ਉਹ ਤਾਂ ਸਾਰੇ ਸਿਸਟਮ ਨੂੰ ਦਰੜਿਆ ਗਿਆ ਨਾ। ਅੱਜ ਅਸੀਂ ਕਿਹੜੀ ਚੀਜ਼ ਨੂੰ ਭਾਲ ਰਹੇ ਹਾਂ ਔਰ ਦਰੜਿਆ ਗਿਆ ਨੇ। ਜਿਹੜੇ ਉੱਚੀਆਂ ਉਹਦੇ ਤੇ ਬੈਠੇ ਨੇ, ਜਿਹੜੇ ਅੱਜ ਦਿਨ ਕੋਈ ਨਾ ਕੋਈ ਛੋਛਾ ਛੱਡ ਦਿੰਦੇ, ਆ ਨਹੀਂ ਕਰ ਸਕਦੇ ਤੁਸੀਂ, ਉਹ ਨਹੀਂ ਕਰ ਸਕਦੇ। ਸਾਡੀ ਜਿਹੜੀ ਨੈਚੁਰਲ ਲਿਵਿੰਗ ਲਾਈਫ ਹੈ ਉਹਨੂੰ ਕਿਤੇ ਖਤਮ ਕੀਤਾ ਜਾ ਰਿਹਾ, ਸਾਨੂੰ ਦਬਾਇਆ ਜਾ ਰਿਹਾ। ਅਸੀਂ ਇੰਡੀਆ ਨੂੰ ਪਿਆਰ ਕਰਦੇ, ਇੰਡੀਆ ਨੂੰ ਜਿਹੜੇ ਲੋਕ ਸਾਡੇ ਬਾਹਰ ਚਲੇ ਗਏ ਉਹ ਵੀ ਇੰਡੀਆ ਨੂੰ ਪਿਆਰ ਕਰਦੇ ਆ, ਉਹ ਇਸੇ ਕਲਚਰ 'ਚ ਰਹਿਣਾ ਚਾਹੁੰਦੇ। ਅਸੀਂ ਇੰਡੀਆ ਨੂੰ ਇੰਡੀਆ ਹੀ ਬਣਿਆ ਰਹਿਣ ਦੇਣਾ ਚਾਹੁੰਦੇ ਹਾਂ, ਅਸੀਂ ਉਹਨੂੰ ਅਮਰੀਕਾ ਨਹੀਂ ਬਣਾਉਣਾ ਚਾਹੁੰਦੇ। ਉਹ ਸਾਨੂੰ ਅਡਾਪਟ ਕਰਨ ਜੋ ਕਰ ਸਕਦੇ। ਸਾਡੇ 'ਚ ਬਹੁਤ ਸਾਰਾ, ਅਸੀਂ ਥੋੜ੍ਹੀ ਕਿਸੇ ਨੂੰ ਫੋਨ ਕਰਕੇ ਕਹਾਂਗੇ ਕਿ ਅੱਜ ਤੁਸੀਂ ਸਾਨੂੰ ਮਿਲੋਗੇ ਕਿ ਨਹੀਂ ਮਿਲੋਗੇ, ਹੈ ਨਾ। ਗਲੀ 'ਚ ਕਿਸੇ ਦੇ ਘਰੇ ਜਾਣਾ ਹੋਵੇ ਸਾਨੂੰ ਇਹ ਤਾਂ ਨਹੀਂ ਪੁੱਛਣ ਦੀ ਲੋੜ, ਅਸੀਂ ਇੱਕ ਦਰਵਾਜ਼ਾ ਖੜਕਾਵਾਂਗੇ, ਅਸੀਂ ਕਿਸੇ ਕੋਲ ਵੀ ਜਾ ਸਕਦੇ ਹਾਂ ਕਿਉਂਕਿ ਸਾਡਾ ਕਲਚਰ ਹੈ, ਉਹਨੂੰ ਅਸੀਂ ਜਿੰਦਾ ਰੱਖਣਾ ਚਾਹੁੰਦੇ ਹਾਂ। ਅਸੀਂ ਐਫਰਟ ਕਰਦੇ ਹਾਂ ਔਰ ਐਫਰਟ ਹਰ ਕਿਸੇ ਬੰਦੇ ਨੂੰ ਕਰਨਾ ਚਾਹੀਦਾ। ਅਸੀਂ ਕਿਉਂ ਮਰਨ ਦਈਏ? ਅਸੀਂ ਜਿਨ੍ਹਾਂ ਨੂੰ ਅਸੀਂ ਚੁਣ ਕੇ ਉੱਤੇ ਬਿਠਾਉਂਦੇ ਉਹਨਾਂ ਨੂੰ ਕਹੀਏ ਸਾਡਾ ਵੇ ਆਫ ਲਿਵਿੰਗ ਸਾਡਾ ਇਹੀ ਹੈ, ਅਸੀਂ ਇਸੇ 'ਚ ਹੀ ਸਰਵਾਈਵ ਕਰ ਸਕਦੇ ਹਾਂ, ਸਾਨੂੰ ਇਸੇ 'ਚ ਸਰਵਾਈਵ ਕਰਨ ਦਿਓ। ਅਸੀਂ ਨਹੀਂ ਜ਼ਿਆਦਾ ਉਹਦੇ 'ਚ ਜਾਣਾ ਚਾਹੁੰਦੇ। ਤੇ ਮੈਡਮ ਜਿਹੜੇ ਕੁੜੀ ਦੇ ਮਾਪੇ ਆ, ਉਹ ਮਾਪਿਆਂ ਦੇ ਨਾਲ ਨਹੀਂ ਕੋਈ ਕੰਟੈਕਟ ਹੋਇਆ? ਕਿਉਂਕਿ ਚਲੋ ਜਿਸ ਤਰ੍ਹਾਂ ਵੀ ਹਾਲਾਤ ਉਹਨਾਂ ਦੇ ਘਰ ਦੇ ਕਿ ਉਹਨਾਂ ਨੂੰ ਦੱਸਿਆ ਨਹੀਂ ਵੀ ਤੁਹਾਡੀ ਕੁੜੀ ਇਸ ਤਰ੍ਹਾਂ ਰੋਲ ਰਹੀ ਹੈ, ਇਹਨੂੰ ਸੰਭੋ ਜਾਂ ਕਿਸ ਤਰ੍ਹਾਂ ਤੁਸੀਂ ਇਹਨਾਂ ਦੀ ਸਪੋਰਟ ਕਰੋ? ਦੇਖੋ ਉਹ ਤਾਂ ਮੈਂ ਉਹੀ ਕਹਿਣਾ, ਜਿਹੜਾ ਗੁਰਪ੍ਰੀਤ ਤੇ ਕੋਟਲੀ ਉਹਦਾ ਫਰਜ਼ ਬਣਦਾ ਸੀ ਨਾ, ਉਹਨਾਂ ਨੂੰ ਜਾਣਾ ਚਾਹੀਦਾ ਸੀ। ਜਾਂ ਉੱਥੋਂ ਦਾ ਕੋਈ ਵੀ ਹੁੰਦਾ, ਜਾਂ ਉੱਥੋਂ ਦੀ ਪੁਲਿਸ ਕਰਦੀ ਨਾ। ਅਸੀਂ ਤਾਂ ਇੱਥੇ ਬੈਠੇ ਹਾਂ, ਮੁਹੱਲੀ ਬੈਠੇ ਹਾਂ, ਅਸੀਂ ਤਾਂ ਉਹਨੂੰ ਇਹ ਕਿਹਾ ਵੀ ਇਹਦੇ ਨਾਲ ਇਹ ਨਾ ਹੋਵੇ ਵੀ ਕਿਸੇ ਇਹੋ ਜਿਹੀ ਲੋਕਾਂ ਦੇ ਹੱਥੇ ਚੜ੍ਹ ਜਾਵੇ ਵੀ ਕੱਲ੍ਹ ਨੂੰ ਸਾਨੂੰ ਡੈੱਡ ਬੋਡੀ ਮਿਲੇ ਉਹਦੀ ਜੰਗਲਾਂ ਦੇ ਵਿੱਚੋਂ, ਫਿਰ ਅਸੀਂ ਬਹੁਤ ਸਾਰਾ ਹੋ ਹੱਲਾ ਹੋਏਗਾ। ਕਿ ਅੱਜ ਤੱਕ ਹੋ ਹੱਲੇ ਹੋਏ ਕੀ ਬਣਿਆ? ਕੁਛ ਨਹੀਂ ਨਾ ਬਣਿਆ। ਤੇ ਉਹਦਾ ਵੀ ਇਦਾਂ ਹੀ ਹੋ ਜਾਂਦਾ। ਮੈਮ ਸਮਾਜ ਦੇ ਉੱਤੇ ਵੀ ਇੱਕ ਅਜਿਹਾ ਸਵਾਲ ਉੱਠਦਾ ਕਿ ਜਦੋਂ ਪਰਿਵਾਰ ਹੈਗੇ ਆ ਆਪਣੇ ਹਿਸਾਬ ਦੇ ਨਾਲ ਕੁੜੀ ਦੀ ਮੈਰਿਜ ਕਰ ਦਿੰਦੇ ਆ, ਸਮੱਸਿਆਵਾਂ ਉਸ ਟਾਈਮ ਵੀ ਨਹੀਂ ਖਤਮ ਹੁੰਦੀਆਂ, ਸਮੱਸਿਆ ਉਦੋਂ ਵੀ ਆਉਣੀਆਂ। ਜੇ ਕੁੜੀ ਨੇ ਆਪਣੇ ਹਿਸਾਬ ਨਾਲ ਕਰਾ ਲਈ ਤਾਂ ਉਹ ਇਹ ਸਮਾਜ ਫਿਰ ਇਸ ਤਰ੍ਹਾਂ ਕਿਉਂ ਕਰਦਾ ਹੈ? ਇਹਦਾ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹ ਸਾਡੀ ਜਿਹੜੀ ਸੋਚ ਹੈ ਨਾ, ਇਹ ਸਾਡੀ ਸੋਚ ਹੀ ਇੱਦਾਂ ਦੀ ਹੈ। ਕੁਛ ਜਿਹੜੇ ਹੁਣ ਪਿੰਡ 'ਚ ਲੋਕੀ ਰਹਿੰਦੇ ਨੇ ਉਹਨਾਂ 'ਤੇ ਵੀ ਪ੍ਰੈਸ਼ਰ ਬਹੁਤ ਹੁੰਦਾ। ਜਿਵੇਂ ਇੱਕ ਪਿੰਡ ਆ ਉਹ ਇੱਕੋ ਹੀ ਬੋਲੀ ਬੋਲਣ ਲੱਗ ਜਾਂਦਾ। ਤੇ ਹਾਲਾਂਕਿ ਇਹ ਹੈ ਕਿ ਦੇਖੋ ਕਈ ਕੱਚੇਪਣੇ ਦੇ ਵਿੱਚ ਵੀ ਡਿਸੀਜ਼ਨ ਲੈ ਲੈਂਦੇ ਹੈਗੇ, ਉੱਥੇ ਪ੍ਰੋਬਲਮ ਆਉਂਦੀ ਹੀ ਆਉਂਦੀ ਆ ਕਿਉਂਕਿ ਉਹਨਾਂ ਨੂੰ ਮੈਚੋਰਟੀ ਦਾ ਬਾਅਦ 'ਚ ਪਤਾ ਲੱਗਦਾ। ਘਰ ਗ੍ਰਸਤੀ ਬਾਅਦ 'ਚ ਤਾਂ ਘਰ ਗ੍ਰਸਤੀ ਹੁੰਦੀ ਆ ਜੀ, ਜਿਹਨੂੰ ਕਿ ਉਹ ਨਿਭਾਉਣ ਦੇ ਕਾਬਿਲ ਨਹੀਂ ਹੁੰਦੇ। ਕਿਸੇ ਹੱਦ ਤੱਕ ਮਾਂ ਪਿਓ ਵੀ ਗਲਤ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਬੱਚੇ, ਇਹ ਤਾਂ ਹਾਲੇ ਬੱਚੇ, ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਵੀ ਇਹ ਕੱਲ੍ਹ ਨੂੰ ਜਦੋਂ ਘਰ ਗ੍ਰਸਤੀ 'ਚ ਪੈਣਗੇ ਉਹਨੂੰ ਇਹ ਸੰਭਾਲ ਸਕਣਗੇ ਕਿ ਨਹੀਂ। ਫਿਰ ਜਦੋਂ ਉਹਦਾ ਪ੍ਰੋਬਲਮ ਆਉਂਦੀ ਆ ਤੇ ਉਦੋਂ ਵੀ ਤਾਂ ਉਹਨਾਂ ਨੂੰ ਹੀ ਫੇਸ ਕਰਨੀ ਪੈਂਦੀ, ਮਾਂ ਪਿਓ ਨੂੰ ਹੀ ਫੇਸ ਕਰਨੀ ਪੈਂਦੀ ਹੈ।
ਹਨਾ। ਤੇ ਉਹ ਕਿਸੇ ਹੱਦ ਤੱਕ ਉਹਨਾਂ ਦਾ ਆਬਜੈਕਸ਼ਨ ਹੈ ਵੀ ਆ, ਬਟ ਇੱਥੇ ਜੇ ਸਾਡੀ ਕਾਉਂਸਲਿੰਗ ਵਧੀਆ ਹੋਵੇ, ਮੁੰਡੇ ਨੂੰ ਸਮਝਾਇਆ ਜਾਵੇ, ਕੁੜੀ ਨੂੰ ਸਮਝਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ, ਅਸੀਂ ਬਜਾਏ ਇਹ ਅੜਨ ਦੇ ਕਿ ਅਸੀਂ ਤੁਹਾਡਾ ਵਿਆਹ ਨਹੀਂ ਕਰਨਾ, ਤੁਸੀਂ ਉਹਦੇ 'ਚ ਕੀ ਨਾ ਉਹ ਬਚਪਨਾ ਹੁੰਦਾ, ਉਹ ਇਹਨੂੰ ਫਸਟ ਦੇ ਆਧਾਰ ਤੇ ਲਾ ਲੈਂਦੇ ਵੀ ਤੁਸੀਂ ਨਹੀਂ ਕਰੋਗੇ ਅਸੀਂ ਕਰਕੇ ਦਿਖਾਵਾਂਗੇ। ਕਿਉਂ? ਪ੍ਰਸ਼ਾਸਨ ਉਹਦੇ ਨਾਲ ਹੁੰਦਾ, ਪੁਲਿਸ ਨਾਲ ਹੁੰਦੀ ਆ, ਕੋਰਟ ਨਾਲ ਹੁੰਦੀ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ, ਪਰ ਉਹਨਾਂ ਨੂੰ ਐਕਚੁਅਲੀ 'ਚ ਨਹੀਂ ਪਤਾ ਹੁੰਦਾ ਕਿ ਮਾਪਿਓ ਮਨਾ ਕਿਉਂ ਕਰਦੇ ਆ। ਮਾਪਿਆਂ ਨੂੰ ਦੱਸਣਾ ਚਾਹੀਦਾ ਵੀ ਅਸੀਂ ਤੁਹਾਨੂੰ ਮਨਾ ਕਿਉਂ ਕਰਦੇ, ਅਸੀਂ ਤਾਂ ਵਿਆਹ ਕਰਨਾ, ਜਿੱਥੇ ਤੁਸੀਂ ਖੁਸ਼ ਹੋ ਅਸੀਂ ਉੱਥੇ ਹੀ ਕਰਨਾ, ਪਰ ਬੇਟਾ ਤੁਸੀਂ ਸਮਝੋ ਕਿ ਤੁਸੀਂ ਹਲੇ ਮੈਚੁਰ ਨਹੀਂ ਹੋਏ, ਤੁਸੀਂ ਹਲੇ ਪੈਰਾਂ ਤੇ ਸਟੈਂਡ ਨਹੀਂ ਹੋਏ, ਕਰ ਦਾਂਗੇ। ਤੁਸੀਂ ਆਪਣੇ ਕਿੰਨੀ ਉਮਰ ਹੈ ਜੀ ਕੁੜੀ ਦੀ? ਕੁੜੀ ਦੀ ਜੋ ਹੈਗੀ 23 ਸਾਲ ਦੀ ਹੈ। 23 ਸਾਲ ਦੀ ਉਮਰ। ਤੇ ਮੇਰਾ ਇੱਕ ਆਖਰੀ ਸਵਾਲ ਹੈ ਜੀ, ਕਿਉਂਕਿ ਜੇ ਤੁਸੀਂ ਗੱਲ ਕਰ ਲਈਏ ਪ੍ਰਸ਼ਾਸਨ ਦੀ ਆ ਹਨਾ, ਪੰਜਾਬ ਰਾਜ ਵਿਭਾਗ ਦੇ ਜਿਹੜੇ ਮੈਡਮ ਆ ਮਨੀਸ਼ ਗੁਲਾਟੀ, ਤੁਸੀਂ ਉਹਨਾਂ ਨੂੰ ਵੀ ਦੱਸ ਰਹੇ ਹੋ ਕਿ ਉਹ ਬਿਲਕੁਲ ਫੇਲ ਆ ਜੀ, ਉਹ ਕੁਝ ਕਰ ਹੀ ਨਹੀਂ ਸਕਦੇ। ਤੇ ਆਖਰੀ ਮੇਰਾ ਸਵਾਲ ਹੈ ਜੀ, ਫਿਰ ਇੱਕ ਸੀਐਮ ਚੰਨੀ ਸਾਹਿਬ ਰਹਿ ਗਏ ਜੀ, ਜਿਹੜੇ ਅੱਜ ਕੱਲ ਚਰਚਾਵਾਂ ਦੇ ਵਿੱਚ ਆ, ਲੋਕਾਂ ਦੇ ਘਰ ਘਰ ਜਾ ਕੇ ਦੁੱਖ ਦਰਦ ਵੀ ਸੁਣ ਰਹੇ, ਸੀਐਮ ਦੀ ਕੁਰਸੀ ਤੇ ਬੈਠੇ ਆ, ਜਿਹੜੇ ਪਿਛਲੇ ਕਾਫੀ ਸਾਲਾਂ ਦੇ ਵਿੱਚ ਜਿਹੜਾ ਆ ਕੋਈ ਸੀਐਮ ਨਹੀਂ ਕਰ ਪਾਏ ਉਹ ਕਰਕੇ ਦਿਖਾ ਰਹੇ ਆ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਖਰੀ? ਉਹ ਕਿਉਂਕਿ ਆਖਰੀ ਯੋਧਾ ਉਹੀ ਰਹਿ ਗਿਆ ਜੀ ਹੁਣ ਸਾਡੇ ਕੋਲ ਜੀ, ਉਹਨਾਂ ਕੋਲ ਜਾਣ ਦਾ ਜੀ। ਦੇਖੋ ਜੀ, ਮੈਂ ਜਦੋਂ ਸੀਐਮ ਸਾਹਿਬ ਨੂੰ ਦੇਖਦੀ ਆ, ਸਾਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬੀਜੇਪੀ ਕਾਂਗਰਸ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ, ਜਨਤਾ ਨੂੰ ਨਹੀਂ ਲੈਣਾ ਦੇਣਾ ਹੁੰਦਾ, ਜਨਤਾ ਨੂੰ ਤਾਂ ਆਪਦੀ ਸਮੱਸਿਆਵਾਂ ਕੌਣ ਕਿਸ ਤਰੀਕੇ ਨਾਲ ਸੁਣਦਾ। ਚੰਨੀ ਸਾਹਿਬ ਜੀ ਦੀ ਸਾਦਗੀ, ਉਹਨਾਂ ਦਾ ਜੀਵਨ ਜਿਸ ਤਰ੍ਹਾਂ ਦਿਖਾਇਆ ਜਰਾ, ਜੋ ਅਸੀਂ YouTube ਦੇ ਅਸੀਂ ਮਿਲੇ ਤਾਂ ਹੈ ਨਹੀਂ ਉਹਨਾਂ ਨੂੰ, ਜੋ ਵੀ ਹਨਾ ਉਹ ਦਿਲ ਮੋਹ ਲੈਂਦਾ। ਉਹਨਾਂ ਦਾ ਜੋ ਵੇ ਆਫ ਟਾਕਿੰਗ ਹੈ, ਕੰਮ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਬਹੁਤ ਵਧੀਆ ਹੈਗਾ, ਔਰ ਕਰਨ ਨੂੰ ਉਹਨਾਂ ਕੋਲੇ 4 ਮਹੀਨੇ ਕਰਨ ਨੂੰ ਬਹੁਤ ਕੁਝ ਕਰ ਸਕਦੇ, ਕਿਉਂਕਿ ਪਹਿਲਾਂ ਵੀ ਉਹ ਪੋਲਿਟਿਕਸ ਵਿੱਚ ਸੀ, ਉਹ ਅਚਾਨਕ ਤਾਂ ਆਏ ਨਹੀਂ ਹੈਗੇ, ਉਹਨਾਂ ਨੂੰ ਪਤਾ ਵੀ ਉਹ ਕਰ ਸਕਦੇ ਆ, ਪਰ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ। ਜੇ ਅਸੀਂ ਸਿਰਫ ਫੈਸਿਲਿਟੀ ਲਈਏ ਤੇ ਅਸੀਂ ਉਸ ਲੀਡਰ ਦਾ ਸਾਥ ਨਾ ਦਈਏ ਤਾਂ ਲੀਡਰ ਵੀ ਕੁਝ ਨਹੀਂ ਕਰ ਸਕਦਾ, ਸਾਡਾ ਸਾਥ ਜ਼ਰੂਰੀ ਹੈ। ਤੇ ਮੈਂ ਉਮੀਦ ਕਰਦੀ ਹਾਂ ਕਿ ਬ੍ਰਾਈਟ ਫਿਊਚਰ ਦਾ ਮੈਂ ਉਮੀਦ ਕਰਦੀ ਹਾਂ ਕਿ ਵੀ ਚੰਨੀ ਸਾਹਿਬ ਜਿਸ ਤਰ੍ਹਾਂ ਅੱਜ ਦਿਸ ਰਹੇ ਨੇ, ਜਿੱਦਾਂ ਇਹ ਵਿਚਰਨਗੇ, ਤੇ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਨੂੰ ਕਿ ਸਾਰੇ ਨੂੰ ਹੀ, ਜਿੰਨਾ ਵੀ ਇਦਾਂ ਦੇ ਅਗਰ ਚੀਫ ਮਿਨਿਸਟਰ ਸਾਰਿਆਂ ਨੂੰ ਮਿਲਣ ਤੇ ਕਿਉਂ ਨਹੀਂ ਕ੍ਰਾਂਤੀ ਆਊਗੀ। ਬਿਲਕੁਲ ਜੀ, ਮਤਲਬ ਕਿ ਜਿਹੜਾ ਕਹਿ ਸਕਦੇ ਕਿ ਆਪਾਂ ਫਿਰ ਭਾਰਤੀ ਹੋਣ ਤੇ ਇੱਕ ਮਾਣ ਵੀ ਮਹਿਸੂਸ ਕੀਤਾ ਜਾਏਗਾ। ਦੂਆ ਨੰਬਰ ਜਿਹੜਾ ਜਿਨ੍ਹਾਂ ਕਰਕੇ ਭਾਰਤ ਬਦਨਾਮ ਹੋ ਰਿਹਾ, ਜਿਹੜੇ ਉੱਪਰ ਬੈਠੇ ਆ ਲੀਡਰ, ਜਿਹੜੇ ਜਿਨ੍ਹਾਂ ਦੇ ਅੰਦਰ ਅਸਲ 'ਚ ਇਨਸਾਨੀਅਤ ਖਤਮ ਆ, ਉਹਨਾਂ ਅੰਦਰ ਇਨਸਾਨੀਅਤ ਵੀ ਜਿਹੜੀ ਜਾਗਣੀ ਜ਼ਰੂਰੀ ਹੈ ਜੀ। ਮੈਂ ਤਾਂ ਭਾਰਤ ਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਤਾਂ ਇਹ ਉਹਨੂੰ ਤਾਂ ਥੱਲੇ ਸਿੱਟਿਆ ਪਿਆ, ਉਹਦੇ ਤੋਂ ਉੱਤੋਂ ਦੀ ਲੰਘਿਆ ਜਾ ਰਿਹਾ, ਉਹ ਤਾਂ ਉਹ ਚੀਖ ਰਿਹਾ, ਚਿੱਲਾ ਰਿਹਾ ਕਿ ਮੈਨੂੰ ਕੱਢੋ, ਇਸ ਗੰਦਗੀ ਚੋਂ ਕੱਢੋ। ਭਾਰਤ ਦਾ ਤਾਂ ਨਾਮ ਦੁਨੀਆ ਲੈਂਦੀ ਹੈ ਜੀ, ਪਰ ਉਹ ਗਲਤ ਕਰਤਾ ਕਿ ਭਾਰਤ ਦੀ ਧਰਤੀ ਖਰਾਬ ਹੈ, ਕਿ ਹਵਾ ਖਰਾਬ ਹੈ, ਕਿ ਦੀਵਾਰਾਂ ਖਰਾਬ ਹੈ, ਨਹੀਂ, ਲੋਕ ਖਰਾਬ ਹੈ। ਕਿਹੜੇ ਲੋਕ ਖਰਾਬ ਹੈ? ਜਿਨਨੇ ਜੋ ਸਿਸਟਮ ਬਣਾਉਂਦੇ ਨੇ ਉਹਨੂੰ ਬਦਲਣ ਜਾ ਰਿਹਾ, ਕਹਿੰਦੇ ਕਿ ਕੌਵਾ ਚਲਾ ਹੰਸ ਕੀ ਚਾਲ, ਆਪਣੀ ਚਾਲ ਵੀ ਭੁੱਲ ਗਿਆ। ਹਾਂ, ਤੁਸੀਂ ਕਿਉਂ? ਤੁਸੀਂ ਇੰਡੀਆ ਨੂੰ ਇੰਡੀਆ ਰਹਿਣ ਦਿਓ ਨਾ, ਸਾਨੂੰ ਸਾਡੇ ਕਲਚਰ 'ਚ ਰਹਿਣ ਦਿਓ ਨਾ। ਸਾਡੇ ਕਿਸਾਨ ਭਰਾ ਉਹ ਨਹੀਂ ਚਾਹੁੰਦੇ ਹਾਈਫਾਈ, ਉਹ ਚਾਹੁੰਦੇ ਵੀ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰੀਏ ਤੇ ਅਸੀਂ ਅੰਨ ਉਗਾਈਏ, ਅਸੀਂ ਖਾਈਏ। ਅਸੀਂ ਕਿਉਂ ਪੈਕਟਾਂ ਵਾਲਾ ਖਾਣਾ ਲਈਏ? ਨਹੀਂ ਲੈਣਾ ਚਾਹੁੰਦੇ, ਸਾਨੂੰ ਪੈਕਟ ਵਾਲਾ ਪਸੰਦ ਹੀ ਨਹੀਂ ਹੈਗਾ। ਕਿਉਂ ਉਹਨਾਂ ਨਾਲ ਜ਼ਬਰਦਸਤੀ ਕੀਤੀ ਜਾਂਦੀ ਆ? ਮੈਂ ਗੱਲ ਕਰਨਾ ਚਾਹੁੰਦੇ, ਅਸੀਂ ਕਿਸਾਨਾਂ ਨਾਲ ਜੁੜੇ ਹੋਏ ਹਾਂ, ਠੀਕ ਹੈ ਨਾ। ਤੇ ਤੁਸੀਂ ਇਹ ਦੇਖੋ ਕਿ ਉਹ ਕਹਿੰਦੇ ਕਿ ਜੇ ਤੁਸੀਂ ਤੁਹਾਨੂੰ ਵਧੀਆ ਦੇ ਰਹੇ ਹਾਂ, ਪਹਿਲਾਂ ਅਸੀਂ, ਹੁਣ ਤਾਂ ਇਹ ਤਾਂ ਗੁਜ਼ਰੀਆਂ ਗੱਲਾਂ ਹੋ ਗਈਆਂ। ਜਦੋਂ ਕਦੇ ਕੋਈ ਪਲਾਨਿੰਗ ਕੀਤੀ ਜਾਂਦੀ ਸੀ, ਕੋਈ ਸਕੂਲ ਖੋਲ੍ਹਣਾ, ਕੋਈ ਬਿਲਡਿੰਗ ਖੋਲ੍ਹਣੀ ਹੈ, ਕੋਈ ਨਵੀਂ ਚੀਜ਼, ਉਹ ਤਾਂ ਪਹਿਲਾਂ ਹੀ ਡਿਕਲੇਅਰ ਕਰ ਦਿੱਤਾ ਜਾਂਦਾ ਸੀਗਾ ਕਿ ਜੇ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਤੇ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਸੀਗੀ। ਛੋਟੀ ਜਿਹੀ ਗੱਲ ਦੱਸਾਂ ਵੀ ਜਦੋਂ ਅਸੀਂ ਨੌਕਰੀ ਕਰਦੇ ਸੀ, ਪਹਿਲਾਂ ਸਾਨੂੰ ਬੋਨਸ ਮਿਲਦਾ ਹੁੰਦਾ ਸੀਗਾ। ਜਦੋਂ ਡਿਕਲੇਅਰ ਹੁੰਦਾ ਸੀ, ਐਂ ਲੱਗਦਾ ਸੀ ਅੱਜ ਇਹ ਸਾਡੀ ਜੇਬ 'ਚ ਪੈ ਗਿਆ। ਤੇ ਜਦੋਂ ਇਹ ਖੇਤੀ ਕਾਨੂੰਨ ਇਹਨਾਂ ਨੇ ਬਣਾਏ ਸੀਗੇ, ਕਿਸਾਨਾਂ ਨੂੰ ਨਾਲ ਕਿਉਂ ਨਹੀਂ ਲਿਆ ਵੀ ਅਸੀਂ ਤੁਹਾਨੂੰ ਵਧੀਆ ਚੀਜ਼ ਦੇਣ ਜਾ ਰਹੇ ਹਾਂ? ਅਡਾਨੀ ਅੰਬਾਨੀ ਸਾਹਮਣੇ ਕਿਉਂ ਨਹੀਂ ਆਉਂਦੇ? ਆਪਣੀ ਗੱਲ ਕਿਉਂ ਨਹੀਂ ਰੱਖਦੇ? ਕਿਉਂ ਨਹੀਂ ਦੱਸਦੇ ਕਿ ਅਸੀਂ ਤੁਹਾਡਾ ਆਹ ਚੰਗਾ ਕਰਾਂਗੇ? ਕਿਉਂ ਨਹੀਂ ਦੱਸਦੇ? ਕਿਉਂ ਸਾਨੂੰ ਜਿਹੜੀ 10 ਰੁਪਏ ਦੀ ਛੱਲੀ ਸਾਨੂੰ ਬਾਹਰੋਂ ਮਿਲਦੀ, ਸਾਨੂੰ 250 ਨੂੰ ਦੇਣਾ ਕਿਉਂ ਦੇਣਾ ਚਾਹੁੰਦੇ ਆ? ਸਾਡੇ ਹੀ ਖੇਤ ਦੀ ਛੱਲੀ ਤੁਸੀਂ ਪੈਕ ਕਰਕੇ ਤੁਸੀਂ ਸਾਨੂੰ ਕਿਉਂ ਵੇਚਣਾ ਚਾਹੁੰਦੇ? ਅਸੀਂ ਤਾਂ ਉੱਥੋਂ ਹੀ ਤੋੜ ਕੇ ਖਾਣਾ ਪਸੰਦ ਕਰਾਂਗੇ। ਨਾਲੇ ਮੈਂ ਇੱਕ ਇਹ ਵੀ ਸਵਾਲ ਉੱਠਦਾ ਕਿ ਜੇ ਲੋਕਤੰਤਰ ਦੇ ਦੇਸ਼ ਦੀ ਗੱਲ ਕਰ ਲਈ, ਦੇਸ਼ 'ਚ ਲੋਕਤੰਤਰ ਆ, ਲੋਕਾਂ ਦੀ ਵੋਟਾਂ ਨਾਲ ਸਰਕਾਰ ਬਣਦੀਆਂ, ਸਰਕਾਰ ਨੇ ਦੇਸ਼ ਚਲਾਉਣਾ ਹੁੰਦਾ, ਫਿਰ ਉਹ ਪ੍ਰਾਈਵੇਟ ਕੰਪਨੀਆਂ ਕਿਉਂ ਚਲਾਉਣ ਜੀ? ਇਹ ਵੀ ਇੱਕ ਸਵਾਲ ਹੈ ਜੀ। ਬਿਲਕੁਲ ਬਿਲਕੁਲ, ਕਿਉਂ ਚਲਾਉਣ ਪ੍ਰਾਈਵੇਟ? ਕਿਉਂ ਚਲਾਉਣ? ਜਿਹੜੇ ਬਿਜ਼ਨਸ ਆ, ਜਿਹੜੇ ਅੰਬਾਨੀ ਅਡਾਨੀ ਕਰ ਰਹੇ ਜਾਂ ਕਾਰਪੋਰੇਟ ਕਰ ਰਹੇ ਆ, ਇਹ ਸਰਕਾਰ ਕਿਉਂ ਨਹੀਂ ਕਰ ਲੈਂਦੀ? ਫਿਰ ਨਾਲੇ ਨੌਕਰੀਆਂ ਮਿਲੂਗੀਆਂ ਨੌਜਵਾਨਾਂ ਨੂੰ। ਦੇਖੋ ਜੀ, ਹੁਣ ਇਹ ਤਾਂ ਬਹੁਤ ਗੁੱਝੀਆਂ, ਅਸੀਂ ਤਾਂ ਸਿੰਪਲ ਜਿਹੇ ਬੰਦੇ ਹਾਂ, ਠੀਕ ਹੈ ਨਾ। ਜੋ ਅਸੀਂ ਸੁਣ ਰਹੇ ਹਾਂ, ਉਹ ਕਹਿੰਦੇ ਜੀ ਸਰਕਾਰ, ਪਹਿਲਾਂ ਉਹਨਾਂ ਨੇ ਬੰਦਾ ਖਰੀਦਾ, ਫਿਰ ਉਹਨੂੰ ਸਰਕਾਰ ਬਣਾਤੀ, ਜੋ ਸੁਣਨ ਨੂੰ ਮਿਲਦਾ ਵੀ ਪਹਿਲਾਂ ਬੰਦੇ ਖਰੀਦੇ ਤੇ ਉਹਨੇ ਸਰਕਾਰ ਬਣਾਤੀ। ਕਿਤੇ ਨਾ ਕਿਤੇ ਇੰਪਲੀਮੈਂਟ ਵੀ ਹੁੰਦਾ ਨਜ਼ਰ ਆ ਰਿਹਾ ਹੈ ਨਾ ਜੀ।
ਕਿਉਂਕਿ ਦੇਖਿਆ ਜਾਵੇ ਹੁਣ ਤੱਕ ਜਿਹੜੇ ਆ ਇੰਨਾ ਕਿਸਾਨਾਂ ਦੇ ਨਾਲ ਧੱਕਾ ਹੋ ਜਾਣਾ, ਹੁਣ ਤਾਂ ਕੁਚਲਣ ਤੱਕ ਆ ਗਏ ਕਿਸਾਨਾਂ ਨੂੰ, ਜਿਹੜਾ ਦਰੜਿਆ ਤੱਕ ਜਾ ਰਿਹਾ। ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇਨਸਾਨੀਅਤ ਜਿਹੜੀ ਬਿਲਕੁਲ ਸ਼ਰਮਸਾਰ ਹੋ ਰਹੀ ਹੈ, ਕਿਸੇ ਵੀ ਐਂਗਲ ਤੋਂ ਦੇਖ ਲਈਏ, ਚਾਹੇ ਤੁਹਾਡੇ ਵਾਲਾ ਮਸਲਾ ਲੈ ਕੇ ਦੇਖ ਲਈਏ, ਚਾਹੇ ਕਿਸਾਨਾਂ ਦਾ ਮਸਲਾ ਲੈ ਕੇ ਦੇਖ ਲੀजिए। ਵੈਸੇ ਮੈਮ ਦੇਖੋ, ਤੁਸੀਂ ਵੀ ਸਿਆਣੇ ਹੋ, ਕਾਫੀ ਉਮਰ ਹੋ ਗਈ, ਤੁਸੀਂ ਕਾਫੀ ਸਾਲ ਤੁਸੀਂ ਵੋਟਾਂ ਵੀ ਪਾਈਆਂ, ਤੁਸੀਂ ਕੀ ਚਾਹੁੰਦੇ ਹੋ ਵੀ ਕੀ ਜਿਹੜਾ ਬਦਲਾਅ ਰਾਜਨੀਤਿਕ ਕੀ ਬਦਲਾਅ ਆਉਣਾ ਚਾਹੀਦਾ ਜਿਹਦੇ ਨਾਲ ਇਹਨਾਂ ਸਮੱਸਿਆਵਾਂ ਦਾ ਹੱਲ ਹੋ ਸਕੇ? ਮੇਰਾ ਸਿਰਫ ਆਖਰੀ ਸਵਾਲ ਆ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ? ਲੋਕਾਂ ਨੂੰ ਵੀ ਤੁਸੀਂ ਇਮਾਨਦਾਰ ਹੋ ਜਾਓ, ਇਮਾਨਦਾਰ ਲੋਕ ਚੁਣੋ, ਤੁਹਾਨੂੰ ਸਾਰਾ ਪਤਾ ਹੁੰਦਾ। ਤੁਸੀਂ ਐਵੇਂ ਛੋਟੇ ਛੋਟੇ ਲਾਲਚਾਂ ਦੇ ਪਿੱਛੇ ਨਾ ਕਰੋ, ਤੁਹਾਡੇ 'ਚ ਬਹੁਤ ਤਾਕਤ ਹੈ। ਜੇ ਤੁਹਾਡੀ ਤਾਕਤ ਨਾ ਹੁੰਦੀ ਨਾ, ਤੇ ਤੁਹਾਡੇ ਕੋਲੋਂ ਵੋਟਾਂ ਮੰਗਣ ਨਾ ਆਉਂਦੇ। ਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਵੀ ਜਿਨ੍ਹਾਂ ਦੀ ਤੁਹਾਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਤੁਸੀਂ ਜਿੱਥੇ ਵੋਟਾਂ ਪੈਂਦੀਆਂ ਨੇ, ਜਿਹੜੇ ਉਹ ਬਕਸੇ ਹੁੰਦੇ ਨੇ, ਸਾਨੂੰ ਦੇ ਵੀ ਉਹ ਚੇਂਜ ਕੀਤੇ ਜਾਂਦੇ ਆ, ਭਰੇ ਭਰਾਏ ਰੱਖੇ ਜਾਂਦੇ, ਤੇ ਉਹ ਚੇਂਜ ਤੁਸੀਂ ਵੀ ਇਮਾਨਦਾਰ ਹੋ ਜਾਓ ਨਾ। ਜਦੋਂ ਸਮੱਸਿਆਵਾਂ ਹੁੰਦੀਆਂ ਤਾਂ ਉਦੋਂ ਹੁੰਦੀਆਂ ਨਾ। ਸਮੱਸਿਆ ਕਿਹਨੂੰ ਝੱਲਣੀਆਂ ਪੈਂਦੀਆਂ? ਅੱਜ ਇਹ ਥੋੜੀ ਵੀ ਮੈਂ ਤਾਂ ਉਹਦੇ ਟਾਈਮ 'ਚ ਇੰਨਾ ਕੰਮ ਕੀਤਾ, ਕਿਉਂਕਿ ਕਦੀ ਕਿਸੇ ਦੇ ਸੱਚ ਪੁੱਛੋ ਤਾਂ ਸਕੇ ਨਹੀਂ ਹੁੰਦੇ। ਵਕਤ ਨਿਕਲ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਜਦੋਂ ਵੰਡ ਹੋਈ ਸੀ ਪਾਕਿਸਤਾਨ ਦੀ, ਤੇ ਉਹਦੀ ਤੇ ਆਪਣੇ ਸਿੱਖਾਂ ਨੇ ਕਿਹਾ ਸੀਗਾ ਕਿ ਅਸੀਂ ਤਾਂ ਜੀ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਤੇ ਨਹਿਰੂ ਸਾਹਿਬ ਨੇ ਕੀ ਕਿਹਾ ਸੀਗਾ ਵੀ ਉਦੋਂ ਗੱਲ ਕੋਈ ਹੋਰ ਸੀ, ਹੁਣ ਗੱਲ ਕੁਛ ਹੋਰ ਹੈ। ਤੇ ਉਦੋਂ ਦਾ ਧੋਖਾ ਖਾਂਦੇ ਆ ਰਹੇ ਆ। ਪਰ ਇਹ ਜਿਹੜੇ ਕਿਸਾਨ ਹੈ, ਇਹ ਤਾਂ ਫਰਿਸ਼ਤੇ ਨੇ। ਮੈਂ ਤੁਹਾਡੇ ਰਾਹੀਂ ਇੱਕ ਮੈਂ ਜ਼ਰੂਰ ਕਹਿਣਾ ਚਾਹੂੰਗੀ ਆਪਣੇ ਜੋ ਜਥੇਬੰਦੀਆਂ ਨੇ, ਕਿ ਤੁਸੀਂ ਜਵਾਨਾਂ ਨੂੰ ਵੀ ਲੈ ਕੇ ਚੱਲੋ। ਤੁਹਾਡਾ ਹੋਸ਼, ਜਵਾਨਾਂ ਦਾ ਜੋਸ਼ ਕ੍ਰਾਂਤੀ ਲਿਆਊਗਾ। ਮੇਰਾ ਮੈਸੇਜ ਹੈ ਕਿਸਾਨਾਂ ਨੂੰ, ਉਹਨਾਂ ਨੂੰ ਪਿੱਛੇ ਨਾ ਛੱਡੋ। ਬੱਚੇ ਨੇ, ਜੋਸ਼ ਵੀ ਬੇਕਾਰ ਨਹੀਂ ਹੁੰਦਾ। ਜੋਸ਼ ਨੇ ਕਿਆ ਨਹੀਂ ਕਰ ਦਿੱਤਾ, ਦੁਨੀਆ ਹਿਲਾ ਦਿੱਤੀ ਹੈ। ਤੇ ਤੁਹਾਡੀ ਸੋਚ, ਤੁਸੀਂ ਆਪਣੀ ਸੋਚ 'ਚ ਖੋਟ ਨਾ ਲਿਆਇਓ। ਜਵਾਨ ਆਪਣੇ ਹੋਸ਼ 'ਚ ਖੋਟ ਨਹੀਂ ਲਿਆਉਣਗੇ ਤੇ ਕਿਹੜੀ ਜੰਗ ਜਿਹੜੀ ਤੁਸੀਂ ਜਿੱਤ ਨਹੀਂ ਸਕਦੇ। ਜੰਗਾਂ ਹਮੇਸ਼ਾ ਜਵਾਨ ਜਿੱਤਦੇ ਨੇ, ਕ੍ਰਾਂਤੀਆਂ ਹਮੇਸ਼ਾ ਜਵਾਨ ਲਿਆਉਂਦੇ ਨੇ। ਬਜ਼ੁਰਗ ਤਾਂ ਉਹਨਾਂ ਨੂੰ ਰਸਤਾ ਦਿਖਾਉਂਦੇ ਨੇ। ਤੁਸੀਂ ਰਸਤਾ ਦਿਖਾਉਂਦੇ ਜਾਓ, ਜਵਾਨ ਉਹਨਾਂ 'ਤੇ ਚੱਲਣਗੇ। ਤੇ ਉਹਨਾਂ ਦੀ ਵੀ ਸੁਣੋ, ਇਗਨੋਰ ਨਾ ਕਰੋ, ਇਗਨੋਰ ਨਾ ਕਰੋ। ਬਹੁਤ ਬਹੁਤ ਧੰਨਵਾਦ ਮੈਮ। ਸੋ ਇਹ ਮੈਮ ਜੁੜੇ ਸੀ ਹੈਲਥ ਡਿਪਾਰਟਮੈਂਟ ਤੋਂ, ਰਿਟਾਇਰਡ ਨੇ। ਸੋ ਬਹੁਤ ਹੀ ਸ਼ਰਮਨਾਕ ਕਾਰਾ ਜਿਹੜਾ ਇੱਕ ਹੋਇਆ ਕਿ ਪਿਛਲੇ ਦਿਨੀ ਜਿਹੜਾ ਮੁਕਤਸਰ ਦੀ ਇੱਕ ਲੇਡੀਜ਼ ਹੈ, 23 ਸਾਲ ਦੀ ਹਜੇ ਉਮਰ ਆ ਉਹਨਾਂ ਦੀ, ਪ੍ਰੈਗਨੈਂਟ ਨੇ, ਸੜਕਾਂ ਦੇ ਵਿੱਚ ਰੋਲ ਰਹੇ ਸੀ। ਇਨਸਾਨੀਅਤ ਜਿਹੜੀ ਹੈ ਸ਼ਰਮਸ਼ਾਰ ਹੋਈ ਆ। ਜੇ ਗੱਲ ਕਰ ਲਈਏ, ਉੱਦਾਂ ਲੋਕ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ ਮੱਥੇ ਟੇਕਦੇ ਆ, ਸਾਨੂੰ ਆਹ ਚਾਹੀਦਾ, ਉਹ ਦੇ ਦਿਓ, ਤੇ ਉਹਨਾਂ ਦੇ ਕੀ ਕਿਸੇ ਦੇ ਦਿਲ ਅੰਦਰ ਇੰਨਾ ਵੀ ਰਹਿਮ ਨਹੀਂ ਆਇਆ ਕਿ ਉਹਦਾ ਕੋਈ ਹੱਲ ਕੀਤਾ ਜਾਵੇ। ਤੇ ਗੱਲ ਕਰ ਲਈਏ ਫਿਰ ਸਰਕਾਰ ਦੀ ਕਾਰਗੁਜ਼ਾਰੀ ਉੱਤੇ, ਕੀ ਸਰਕਾਰ ਦੇ ਵਿੱਚ ਜਿਹੜੇ ਪ੍ਰਸ਼ਾਸਨ ਦੇ ਵਿੱਚ ਲੱਖਾਂ ਰੁਪਈਆ ਤਨਖਾਹਾਂ ਲੈਣ ਵਾਲੇ ਅਹੁਦੇਦਾਰ ਆ, ਕੀ ਉਸ ਦੇ ਮਸਲੇ ਦਾ ਹੱਲ ਨਹੀਂ ਕਰ ਸਕੇ? ਉਸ ਕੁੜੀ ਨੇ ਦਰਖਾਸਤ ਵੀ ਲਿਖਾਈ ਮੁਕਤਸਰ ਡੀਸੀ ਵਿੱਚ, ਜਿਸ ਤਰ੍ਹਾਂ ਕੁੜੀ ਦਾ ਕਹਿਣਾ ਆ। ਕੀ ਉੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਨਹੀਂ ਕਰ ਸਕਿਆ? ਤੇ ਮੈਂ ਕੁੜੀ ਦੇ ਮਾਪਿਆਂ ਨੂੰ ਵੀ ਜ਼ਰੂਰ ਇਹ ਗੱਲ ਕਹਿਣਾ ਚਾਹੂੰਗਾ, ਜੇ ਉਹ ਬੱਚੀ ਨੇ ਮੈਰਿਜ ਕਰਵਾ ਲਈ ਸੀ, ਕੀ ਜੇ ਤੁਸੀਂ ਆ ਮੈਰਿਜ ਕਰਵਾਉਂਦੇ ਉਹਨਾਂ ਨੂੰ ਸਮੱਸਿਆ ਦੀ, ਕੀ ਤੁਸੀਂ ਆਪਣੇ ਬੱਚੇ ਦੇ ਨਾਲ ਨਹੀਂ ਖੜਦੇ? ਸੋ ਬਹੁਤ ਬੜਾ ਸਵਾਲ ਆ, ਇਹਨਾਂ ਸਵਾਲਾਂ ਦੇ ਜਵਾਬ ਵੀ ਦੇਣੇ ਹੋਗੇ। ਸੋ ਇਹਦੇ ਨਾਲ ਨਾਲ ਜਿਹੜਾ ਆ ਮੈਡਮ ਮਨੀਸ਼ਾ ਗੁਲਾਟੀ ਉੱਤੇ ਵੀ ਸਵਾਲਾਂ ਦੇ ਜਿਹੜੇ ਘੇਰੇ ਬਣ ਰਹੇ ਆ, ਸਵਾਲ ਉੱਠ ਰਹੇ ਆ, ਕਿਉਂਕਿ ਖੁਦ ਮੈਂ ਉੱਥੇ ਜਾ ਕੇ ਆਇਆ ਸੀਗਾ। ਇੱਕ ਲੜਕੀ ਆਈ ਸੀ, 19-20 ਸਾਲ ਦੀ ਉਮਰ ਆ, ਤੇ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਉਹਨਾਂ ਨਾਲ ਸੈਕਸੁਅਲ ਜਿਹੜਾ ਹਰਾਸ਼ਮੈਂਟ ਕੀਤਾ ਜਾਂਦਾ, ਤੇ ਉਹ ਵੀ ਉਹਨਾਂ ਕੋਲ ਮਦਦ ਮੰਗਣ ਆਈ ਸੀ, ਪਰ ਉਹਨੂੰ ਵੀ ਜਿਹੜਾ ਬੇਰੰਗ ਮੋੜ ਦਿੱਤਾ ਗਿਆ ਉੱਥੋਂ। ਸੋ ਇਸ ਤਰ੍ਹਾਂ ਹੋਰ ਵੀ ਕਈ ਮਸਲੇ ਆਉਂਦੇ ਆ। ਸੋ ਪ੍ਰਸ਼ਾਸਨ ਨੂੰ, ਸਰਕਾਰ ਨੂੰ, ਖਾਸ ਕਰਕੇ CM ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਲੱਗਦਾ ਕਿ ਇਸ ਤਰ੍ਹਾਂ ਦੇ ਅਹੁਦੇਦਾਰ ਜਿਹੜੇ ਆ ਸਿਰਫ ਅਹੁਦੇਦਾਰੀਆਂ ਲੈਣ ਲਈ ਬੈਠੇ ਆ, ਫੇਮਸ ਹੋਣ ਲਈ ਬੈਠੇ ਆ, ਤਾਂ ਇਹਨਾਂ ਨੂੰ ਲਾ ਕੇ ਵਧੀਆ ਬੰਦੇ ਉੱਥੇ ਬਿਠਾਓ। ਮੈਂ ਗੱਲ ਫਿਰ ਇੱਕ ਵਾਰੀ ਕਹਿਣਾ ਚਾਹੂੰਗਾ, ਗੁੱਸਾ ਲੱਗੇ ਤਾਂ ਮੈਂ ਮਾਫੀ ਵੀ ਚਾਹਨਾ ਆ। ਜਿਸ ਟਾਈਮ ਲਾਪਰੀ ਦਾ ਕੇਸ ਹੋਇਆ ਸੀ ਤਾਂ ਮੈਡਮ ਉਹਨਾਂ ਦੇ ਘਰ ਤੱਕ ਵੀ ਜਾ ਕੇ ਆਏ ਸੀ। ਕੀ ਇੱਕ ਜਿਹੜੀ 8 ਮਹੀਨੇ ਦੀ ਪ੍ਰੈਗਨੈਂਟ ਔਰਤ ਆ, ਉਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਨਾ ਉਹਦੇ ਸਹੁਰੇ ਦੇਖ ਰਹੇ, ਨਾ ਮਾਪੇ ਦੇਖ ਰਹੇ, ਉਹਨੂੰ ਦੇਖਣ ਦਾ ਪ੍ਰਸ਼ਾਸਨ ਦਾ ਕੀ ਕੋਈ ਫਰਜ਼ ਨਹੀਂ ਹੈ? ਸੋ ਫਿਰ ਅਪੀਲ ਕਰਦੇ ਹਾਂ ਸਰਕਾਰ ਨੂੰ, ਚੰਨੀ ਸਰਕਾਰ ਨੂੰ, CM ਮਾਨਯੋਗ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਇਹਦੇ ਪਰ ਜਿਹੜਾ ਸਕੰਜਾ ਕੱਸਣਾ ਚਾਹੀਦਾ। ਜਿਹੜੇ ਅਹੁਦੇਦਾਰ ਨਹੀਂ ਕੰਮ ਕਰਦੇ ਆ, ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ। ਇਨਸਾਨੀਅਤ ਨੂੰ ਜਿਹੜਾ ਆ ਬਚਾਉਣਾ ਚਾਹੀਦਾ ਆ। ਸੋ ਕੈਮਰਾਮੈਨ ਦੀਪ ਦੇ ਨਾਲ ਅਮਨਦੀਪ ਸਿੰਘ ਗੜੀ।